ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ। ਪਰਮ ਸਤਿਕਾਰਯੋਗ ਤਖਤ ਚਬਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਰਬਰੇ ਕਾਇਨਾਤ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਨੂੰ ਤਾਰਨ ਹਾਰੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਧਰੋ। ਦੋਵੇਂ ਹੱਥ ਜੋੜ ਕੇ ਸੁਰਤੀ ਦੇ ਨਾਲ ਸਤਿਗੁਰਾਂ ਨੂੰ ਨਮਸਕਾਰ ਕਰਦੇ ਹੋਏ ਗੁਰਫਤਿਹ ਦੀ ਸਾਂਝ ਪਾਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕੀਤੀ ਹੈ, ਆਪਾਂ ਨੂੰ ਸਤਸੰਗ ਦਾ ਸੁਭਾਗ ਸਮਾਂ ਮਹਾਰਾਜ ਦੀ ਕਿਰਪਾ ਦੇ ਨਾਲ ਪ੍ਰਾਪਤ ਹੋਇਆ ਹੈ। ਪੂਰਨ ਪੁਰਖ ਪੂਰਨ ਮਹਾਤਮਾ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ, ਜਿਨ੍ਹਾਂ ਦੇ ਜੀਵਨ ਦੀ ਆਪਾਂ ਲੜੀਵਾਰ ਵਿਚਾਰ ਸਰਵਣ ਕਰਦੇ ਆ ਰਹੇ ਹਾਂ। ਮਹਾਂਪੁਰਸ਼ਾਂ ਦੇ ਜੀਵਨ ਦੇ ਵਿੱਚ ਕੱਲ੍ਹ ਆਪ ਜੀ ਨੇ ਅਨੇਕਾਂ ਗੁਰਮਤਿ ਦੀਆਂ ਵਿਚਾਰਾਂ ਜੋ ਮਹਾਂਪੁਰਖ ਆਪਣਿਆਂ ਸੇਵਾਦਾਰਾਂ ਨੂੰ ਦ੍ਰਿੜ ਕਰਾਇਆ ਕਰਦੇ ਆਪ ਜੀ ਨੇ ਸਰਵਣ ਕੀਤੀਆਂ। ਤਨੂਲੀ ਜਿੱਥੇ ਡੂਮਾ ਤੇ ਮਹਾਂਪੁਰਸ਼ ਆਇਆ ਕਰਦੇ ਸਤਸੰਗ ਹੁੰਦਾ ਤੇ ਉੱਥੇ ਹੋਰ ਬੇਅੰਤ ਸੰਗਤਾਂ ਜੁੜਿਆ ਕਰਦੀਆਂ। ਇੱਕ ਸਮੇਂ ਦਾ ਐਸਾ ਬਚਨ ਮਹਾਂਪੁਰਸ਼ ਕਥਾ ਕੀਰਤਨ ਤੋਂ ਉਪਰੰਤ ਸੰਗਤਾਂ ਨੂੰ ਗੁਰਮਤਿ ਦੀਆਂ ਵਿਚਾਰਾਂ ਪਵਿੱਤਰ ਬਚਨਾਂ ਦੁਆਰਾ ਨਿਹਾਲ ਕਰ ਰਹੇ ਸੀ। ਮਹਾਂਪੁਰਖ ਬਚਨ ਜੋ ਸੁਣਾ ਰਹੇ ਸੀ ਕਿ ਸੰਗਤ ਜੀ, ਜੋ ਸ਼ਰਾਬ ਦਾ ਪੀਣਾ ਹੈ ਉਹ ਗੁਰਮਤਿ ਦੇ ਅਨੁਸਾਰ ਬਹੁਤ ਵੱਡਾ ਪਾਪ ਹੈ, ਬੁਰਾ ਹੈ। ਜਿੰਨੇ ਵੀ ਵਿਕਾਰ ਪੈਦਾ ਹੁੰਦੇ ਹਨ ਉਹ ਇਸ ਨਸ਼ੇ ਤੋਂ ਪੈਦਾ ਹੁੰਦੇ ਹਨ। ਇਸ ਦਾ ਅੱਖਰੀ ਅਰਥ ਮਹਾਂਪੁਰਸ਼ਾਂ ਨੇ ਐਸਾ ਕੀਤਾ। ਫਾਰਸੀ ਦਾ ਸ਼ਬਦ ਸ਼ਰਾਬ, ਸ਼ਰ ਆਬ, ਸ਼ਰ ਨਾਮ ਹੈ ਸ਼ਰਾਰਤ ਦਾ, ਆਬ ਨਾਮ ਹੈ ਪਾਣੀ ਦਾ। ਬਈ ਇਹ ਜੋ ਪਾਣੀ ਹੈ ਇਹ ਸ਼ਰਾਰਤ ਦਾ ਪਾਣੀ ਹੈ, ਸ਼ੈਤਾਨੀ ਪੈਦਾ ਕਰਨ ਵਾਲਾ ਪਾਣੀ ਹੈ। ਸੋ ਮਹਾਂਪੁਰਖਾਂ ਨੇ ਇੱਕ ਪ੍ਰਮਾਣ ਦਿੱਤਾ ਵੀ ਇੱਕ ਰਾਜੇ ਨੇ ਕਿਲ੍ਹਾ ਰਚਿਆ ਹੈ, ਇਸ ਦੇ 4 ਦਰਵਾਜ਼ੇ ਹਨ। ਕਿਲ੍ਹਾ ਬੜਾ ਸੁੰਦਰ ਹੈ, ਇਹਦੇ ਵਿੱਚ ਭਾਂਤ ਭਾਂਤ ਦੇ ਰੰਗ ਤਮਾਸ਼ੇ ਰਚੇ ਹੋਏ। ਸਭ ਦੁਨੀਆ ਦਰਸ਼ਨੀ ਇਸ ਕਿਲ੍ਹੇ ਨੂੰ ਦੇਖਣ ਵਾਸਤੇ ਆ ਰਹੇ। ਉਸ ਕਿਲ੍ਹੇ ਦੇ ਪਹਿਲੇ ਦਰਵਾਜ਼ੇ ਵਿੱਚ ਅਨੇਕ ਤਰ੍ਹਾਂ ਦੇ ਮਾਸ ਬਣਾ ਕੇ ਰੱਖੇ ਹੋਏ ਹਨ ਔਰ ਐਸ਼ ਪ੍ਰਸਤੀ ਵਾਲੀ ਦੁਨੀਆ ਖਾ ਖਾ ਕੇ ਵਿਕਾਰਾਂ ਵਿੱਚ ਫਸ ਰਹੀ ਹੈ। ਦੂਸਰੇ ਦਰਵਾਜ਼ੇ ਤੇ ਵੇਸਵਾ ਦਾ ਅਖਾੜਾ ਲੱਗਿਆ ਹੋਇਆ ਹੈ ਔਰ ਉਹੋ ਜਿਹੀ ਬਿਰਤੀ ਵਾਲੇ ਲੋਕ ਉੱਥੇ ਰੁਕ ਰਹੇ ਹਨ। ਤੀਸਰੇ ਦਰਵਾਜ਼ੇ ਪਰ ਜੁਆਰੀਆਂ ਦਾ ਅੱਡਾ ਹੈ। ਚੌਥੇ ਦਰਵਾਜ਼ੇ ਤੇ ਸ਼ਰਾਬਖਾਨਾ ਹੈ। ਸੋ ਸ਼ੁਭ ਗੁਣਾਂ ਤੋਂ ਹੀਣੇ ਲੋਕ ਇਹਨਾਂ ਦਰਵਾਜ਼ਿਆਂ ਦੇ ਉੱਤੇ ਖੁਆਰ ਹੋ ਰਹੇ ਹਨ।
ਜੋ ਬਾਦਸ਼ਾਹ ਹੈ ਇਹਨਾਂ ਸਾਰਿਆਂ ਤੋਂ ਅੱਗੇ ਉੱਪਰ ਬੈਠਾ ਹੈ। ਸੋ ਜਿਹੜਾ ਇਹਨਾਂ ਔਗਣਾਂ ਤੋਂ ਬਚ ਜਾਵੇ ਉਹਨੂੰ ਬਾਦਸ਼ਾਹ ਦੇ ਮਿਲਾਪ ਦਾ ਸੁੱਖ ਪ੍ਰਾਪਤ ਹੁੰਦਾ ਹੈ। ਪਰ ਕੋਈ ਪਹਿਲੇ ਦਰਵਾਜ਼ੇ ਵਿੱਚ ਫਸ ਜਾਂਦਾ, ਕੋਈ ਦੂਜੇ ਵਿੱਚ ਫਸ ਜਾਂਦਾ, ਕੋਈ ਤੀਜੇ ਥਾਂ ਰੁਕ ਜਾਂਦਾ ਹੈ। ਸੋ ਮਹਾਂਪੁਰਖ ਕਹਿ ਰਹੇ, ਕੋਈ ਬੰਦਾ ਪਹਿਲੇ ਦਰਵਾਜ਼ੇ ਥਾਣੀ ਕਿਲ੍ਹਾ ਦੇਖਣ ਵੜਿਆ, ਉਹਨੇ ਬਾਦਸ਼ਾਹ ਦੇ ਮਿਲਣ ਦੀ ਆਪਣੇ ਮਨ ਵਿੱਚ ਇੱਛਾ ਰੱਖੀ ਹੋਈ ਸੀ। ਜਦੋਂ ਉਹਨੇ ਮਾਸ ਵਾਲੀ ਜਗ੍ਹਾ ਤੱਕੀ, ਉਹਦੇ ਮਨ ਵਿੱਚ ਬੜੀ ਗਲਾਨੀ ਆਈ, ਗਿਆਨ ਪੈਦਾ ਹੋਇਆ ਵੀ ਮਾਸ ਖਾਣਾ ਤਾਂ ਮਹਾ ਪਾਪ ਹੈ, ਇਹ ਤਾਂ ਜੀਵਾਂ ਨੂੰ ਦੁੱਖ ਦਿੱਤਾ ਹੋਇਆ ਹੈ ਤੇ ਇਹਦੇ ਨਾਲ ਲੇਖਾ ਦੇਣਾ ਬੜਾ ਔਖਾ ਹੈ। ਜਿਵੇਂ ਬਾਣੀ ਵਿੱਚ ਲਿਖਿਆ, ਲੇਖਾ ਦੇਣਾ ਸੁਹੇਲਾ ਜੋ ਦਿਲ ਸੂਚੀ ਹੋਏ, ਉਸ ਸਾਚੇ ਦੀਵਾਨ ਮੈਂ ਪੱਲਾ ਨਾ ਪਕੜੈ ਕੋਏ। ਕਬੀਰ ਖੂਬ ਖਾਣਾ ਖੀਚਰੀ ਜਾਮੈ ਅੰਮ੍ਰਿਤ ਲੋਨ, ਹੀਰਾ ਰੋਟੀ ਕਾਰਣੇ ਗਲਾ ਕਟਾਵੇ ਕੌਣ। ਤੋ ਅਨੇਕਾਂ ਹੀ ਪ੍ਰਮਾਣ ਐਸੇ ਆਉਂਦੇ ਹਨ। ਸੋ ਜਿਹੜੇ ਮਾਸ ਖਾਣ ਵਾਲੇ ਹਨ ਉਹ ਆਪਣੇ ਪੱਖ ਦੇ ਵਿੱਚ ਅਨੇਕਾਂ ਗੱਲਾਂ ਕਰਦੇ ਨੇ ਵੀ ਇਹ ਤਾਂ ਇਹਨਾਂ ਦੀ ਜੂਨ ਕੱਟੀ ਗਈ, ਅਸੀਂ ਇਹਨਾਂ ਨੂੰ ਖਾ ਲਿਆ। ਪਰ ਗੁਰਬਾਣੀ ਕਹਿੰਦੀ ਹੈ ਵੀ ਜਿਨ੍ਹਾਂ ਨੂੰ ਆਪਣੇ ਜੀਵ ਦੇ ਸਵਾਦ ਖਾਤਰ ਤੁਸੀਂ ਮਾਰਦੇ ਹੋ, ਅਖੀਰ ਲੇਖਾ ਦੇਣ ਵਾਸਤੇ ਤੁਹਾਨੂੰ ਵੀ ਗਲਾ ਕਟਾਉਣਾ ਪਵੇਗਾ। ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪਲੀਤ, ਜੋ ਰਤ ਪੀਵਹਿ ਮਾਨਸਾ ਤਿਨ ਕਿਉ ਨਿਰਮਲ ਚੀਤ। ਜੇ ਕੱਪੜੇ ਨੂੰ ਲਹੂ ਲੱਗ ਜਾਂਦਾ ਹੈ ਤਾਂ ਕਹਿੰਦੇ ਕੱਪੜਾ ਅਪਵਿੱਤਰ ਹੋ ਗਿਆ, ਮੈਲਾ ਹੋ ਗਿਆ। ਕਹਿੰਦੇ ਜਿਹੜੇ ਲਹੂ ਪੀਂਦੇ ਨੇ ਉਹਨਾਂ ਦਾ ਹਿਰਦਾ ਸਾਫ਼ ਕਿਵੇਂ ਰਹਿ ਗਿਆ ਫਿਰ। ਸੋ ਇਸ ਤਰ੍ਹਾਂ ਨਾਲ ਸਾਰੇ ਧਰਮ ਗ੍ਰੰਥਾਂ ਦੇ ਵਿੱਚ ਮਾਸ ਖਾਣਾ ਜੀਵਾਂ ਨੂੰ ਦੁੱਖ ਦੇ ਕੇ ਇਹਦਾ ਬੜਾ ਭਾਰੀ ਦੋਸ਼ ਦੱਸਿਆ, ਜੀਵ ਹੱਤਿਆ ਦਾ ਦੋਸ਼ ਲੱਗਦਾ ਹੈ। ਸੋ ਇਸ ਖਾਣੇ ਨੂੰ ਤਮੋਗੁਣੀ ਖਾਣਾ, ਰਾਖਸ਼ ਬੁੱਧੀ ਵਾਲਿਆਂ ਦਾ ਖਾਣਾ ਦੱਸਿਆ ਹੈ। ਸ਼ਾਸਤਰਾਂ ਨੇ ਇਸ ਦੀ ਮਨਾਹੀ ਕੀਤੀ ਹੈ। ਤੋ ਇਸ ਤਰ੍ਹਾਂ ਦੀਆਂ ਵਿਚਾਰਾਂ ਕਰਕੇ ਉਹ ਮਨੁੱਖ ਸੀ ਜਿਹੜਾ ਉਹ ਗਲਾਨੀ ਕਰਕੇ ਅੱਗੇ ਨਿਕਲ ਗਿਆ। ਫਿਰ ਦੂਸਰੇ ਦਰਵਾਜ਼ੇ ਪਰ ਜਿਸ ਵੇਲੇ ਗਿਆ, ਹੁਣ ਉੱਥੇ ਨਾਚ ਹੋ ਰਿਹਾ ਹੈ ਤੇ ਇਸ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਲਿਆਂਦਾ ਵੀ ਬੇਸ਼ਟਾ ਆਸਤ ਰਕਤ ਪਰੇਟੇ ਚਾਮ, ਵੀ ਇਹ ਜਿਹੜਾ ਸਰੀਰ ਹੈ ਜਿਸ ਤੇ ਇਹ ਅੱਖਾਂ ਮੋਹਿਤ ਹੋ ਰਹੀਆਂ ਹਨ, ਇਹ ਤਾਂ ਬਾਹਰਲੀ ਚਮੜੀ ਹੈ। ਚਮੜੀ ਦੇ ਹੇਠਾਂ ਤਾਂ ਸਰੀਰ ਦੇ ਅੰਦਰ ਗੰਦਗੀ ਹੀ ਹੈ ਨਾ। ਚਾਹੇ ਅੱਖਾਂ ਹਨ, ਚਾਹੇ ਚਿਹਰਾ ਹੈ, ਚਾਹੇ ਸਰੀਰ ਦੇ ਬਾਕੀ ਅੰਗ ਹੈ, ਤਾਂ ਗੰਦਗੀ ਦੇ ਦੁਆਰੇ ਹਨ ਨਾ। ਤੋ ਐਸੀ ਬਿਰਤੀ ਦਸਮ ਪਾਤਸ਼ਾਹ ਮਹਾਰਾਜ ਦੇ ਬਚਨ ਵੀ ਹਨ। ਤੋ ਮਹਾਰਾਜ ਕਹਿੰਦੇ ਨੇ, ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਪੂਤ ਹੈ ਪ੍ਰਣ ਤੋਹਿ ਜਾ ਪ੍ਰਾਣ ਜਬ ਲਗ ਘਟ ਥਾਰੇ, ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਬਢਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂੰ ਨਾ ਜਈਓ। ਇੱਦਾਂ ਦੀਆਂ ਵਿਚਾਰਾਂ ਇਹਦੇ ਮਨ 'ਚ ਆ ਗਈਆਂ। ਅੱਗੇ ਚਲਿਆ ਗਿਆ, ਉੱਥੋਂ ਤੀਸਰੇ ਦਰਵਾਜ਼ੇ ਤੇ ਗਿਆ, ਉੱਥੇ ਜੁਆਰੀ ਜੂਆ ਖੇਡ ਰਹੇ। ਹੁਣ ਜਿਹੜਾ ਜੂਆ ਹੈ, ਪਿਛਲਿਆਂ ਸਮਿਆਂ ਦੇ ਵਿੱਚ ਜਿਨ੍ਹਾਂ ਨੇ ਇਹ ਖੇਡਿਆ, ਰਾਜਾ ਨਲ ਨੇ ਜੂਆ ਖੇਡਿਆ ਔਰ ਇਹਨੂੰ ਫਿਰ ਗਲ ਦੇ ਵਿੱਚ ਜੰਜਾਲ ਪਏ, ਸੰਗਲਾਂ ਦੇ ਨਾਲ ਆਪਣਾ ਆਪ ਬਣਾਉਣਾ ਪਿਆ, ਆਪਣੇ ਪਰਿਵਾਰ ਤੋਂ ਵੀ ਵਿਛੜ ਕੇ ਦੁੱਖ ਕੱਟਿਆ। ਤੇ ਉਸ ਤੋਂ ਅੱਗੇ ਫਿਰ ਪਾਂਡਵਾਂ ਨੇ ਜੂਆ ਖੇਡਿਆ। ਪਾਂਡਵ ਆਪਣਾ ਸਾਰਾ ਕੁਝ ਜੂਏ 'ਚ ਹਾਰ ਗਏ, ਬਨਵਾਸ ਜਾ ਕੇ ਦੁਖੀ ਹੋਏ, ਵਿਰਾਟ ਰਾਜੇ ਦੇ ਘਰ ਦੇ ਵਿੱਚ ਕਾਮੇ ਬਣ ਕੇ ਦਿਨ ਕੱਟੇ। ਬਾਣੀ ਵਿੱਚ ਲਿਖਿਆ ਹੋਇਆ, ਰੋਵੈ ਪਾਂਡਵ ਭਏ ਮਜੂਰ ਜਿਨ ਕੇ ਸੁਆਮੀ ਰਹਿਤ ਹਦੂਰ, ਵੀ ਉਹ ਪਾਂਡਵ ਲੋਕ ਜਿਨ੍ਹਾਂ ਦੇ ਸਾਹਮਣੇ ਅਨੇਕਾਂ ਹੀ ਨੌਕਰ ਖੜਦੇ ਸੀ, ਉਹਨਾਂ ਨੂੰ ਕਿਸੇ ਹੋਰ ਰਾਜੇ ਦੇ ਜਾ ਕੇ ਨੌਕਰੀ ਕਰਨੀ ਪਈ, ਨੌਕਰ ਬਣ ਕੇ ਰਹਿਣਾ ਪਿਆ। ਰੋਵੈ ਫਿਰ ਰੋਂਦੇ ਸੀ, ਰੋਵੈ ਪਾਂਡਵ ਭਏ ਮਜੂਰ ਜਿਨ ਕੇ ਸੁਆਮੀ ਰਹਿਤ ਹਦੂਰ, ਰੋ ਰਹੇ ਸੀ ਉਹ। ਤੋ ਇਸ ਤਰ੍ਹਾਂ ਨਾਲ ਜੂਆ ਖੇਡਣਾ ਵੀ ਕੋਈ ਸਿਆਣੇ ਲੋਕਾਂ ਦਾ ਕੰਮ ਨਹੀਂ ਹੈ। ਉੱਥੋਂ ਵੀ ਅੱਗੇ ਨਿਕਲ ਗਿਆ। ਹੁਣ ਜਿਸ ਵੇਲੇ ਚੌਥਾ ਦਰਵਾਜ਼ਾ ਆਇਆ, ਉਸ ਦਰਵਾਜ਼ੇ ਪਰ ਸ਼ਰਾਬਖਾਨਾ ਹੈ। ਹੁਣ ਸ਼ਰਾਬ ਨੂੰ ਦੇਖ ਕੇ ਉਹਦੇ ਮਨ ਵਿੱਚ ਇਹ ਗੱਲ ਆਈ ਵੀ ਸ਼ਰਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਪਈਆਂ ਹੋਈਆਂ ਨੇ ਇਹ ਤਾਂ ਕੋਈ ਬੁਰੀਆਂ ਨਹੀਂ,
ਗੁੜ ਪਿਆ ਹੋਇਆ, ਕਿੱਕਰ ਦਾ ਸੱਕ ਪਿਆ ਹੋਇਆ, ਅੰਗੂਰਾਂ ਤੇ ਸੰਤਰਿਆਂ ਦਾ ਰਸ ਨੇ ਸੁਣਾਏ। ਦੁਰਮਤ ਮਤ ਜੋ ਪੀਵਤੇ ਬਿਖਲੀ ਪਤ ਕਮਲੀ। ਸੋ ਇਸ ਤਰ੍ਹਾਂ ਨਾਲ ਉਸ ਪੁਰਸ਼ ਨੇ ਹੁਣ ਕਿਲੇ ਦੇ ਵਿੱਚ ਦੂਸਰੇ ਦਰਵਾਜ਼ੇ ਜਾ ਕੇ ਸ਼ਰਾਬ ਵੀ ਪੀਤੀ, ਮਾਸ ਵੀ ਖਾਧਾ, ਔਰ ਇਸ ਤਰ੍ਹਾਂ ਨਾਲ ਵੇਸਵਾ ਦਾ ਨਾਚ ਵੀ ਦੇਖਿਆ, ਜੂਆ ਵੀ ਖੇਡਿਆ, ਹੋਰ ਵੀ ਸਾਰੇ ਜਿਹੜੇ ਮਾੜੇ ਕੰਮ ਸੀ ਉਹ ਕੀਤੇ। ਹੁਣ ਅਮੋਲਕ ਜਨਮ ਜਿਹੜਾ ਹੈ ਇਸ ਤਰ੍ਹਾਂ ਨਾਲ ਐਸ਼ ਪ੍ਰਸਤੀ ਦੇ ਵਿੱਚ ਗਵਾਚ ਗਿਆ। ਇਸ ਵਾਸਤੇ ਸਾਧ ਸੰਗਤ ਜੀ ਇਸ ਸ਼ਰਾਰਤ ਦੇ ਪਾਣੀ ਨੂੰ ਕਦੇ ਵਾਸਤੇ ਵੀ ਮੂੰਹ ਨਹੀਂ ਲਾਉਣਾ ਚਾਹੀਦਾ। 7 ਕੁੱਲਾਂ ਨਰਕਾਂ ਵਿੱਚ ਸਾੜਦਾ ਹੈ। ਜਗਤ ਝੂਠ ਤਮਾਕੂ ਇਸ ਨਾਲੋਂ ਵੀ ਭੈੜਾ ਹੈ। ਇਸ ਦੇ ਗ੍ਰਹਿਣ ਕਰਨ ਦੇ ਨਾਲ 100 ਕੁੱਲਾਂ ਜਿਹੜੀਆਂ ਨੇ ਨਰਕਾਂ ਵਿੱਚ ਸੜ ਜਾਂਦੀਆਂ ਹਨ। ਸ਼ਰਾਬ ਦੀ ਬਾਬਤ ਬਹੁਤ ਸਾਰੇ ਵਿਦਵਾਨਾਂ ਨੇ ਭਾਰਤ ਦੇਸ਼ ਬਾਰੇ ਆਪਣੀਆਂ ਲਿਖਤਾਂ ਦੇ ਵਿੱਚ ਇਸ ਤਰ੍ਹਾਂ ਦੇ ਬਚਨ ਲਿਖੇ ਨੇ ਬਈ ਇਸ ਦੇਸ਼ ਦੇ ਵਿੱਚ ਸ਼ਰਾਬ ਨਹੀਂ ਸੀ ਕਦੇ ਵੀ ਪੀਤੀ ਜਾਂਦੀ। ਇਹ ਤਾਂ ਜਿਹੜਾ ਮੁਲਕ ਸੀ ਦੇਵੀ ਦੇਵਤਿਆਂ ਦਾ, ਸੰਤਾਂ ਰਿਸ਼ੀਆਂ ਮੁਨੀਆਂ ਦਾ ਦੇਸ਼ ਸੀ। ਇਹ ਇੱਕ ਵਿਦੇਸ਼ੀ ਸੈਲਾਨੀ ਜਿਹੜਾ ਹੈ ਉਹ ਚੰਦਰਗੁਪਤ ਦੇ ਸਮੇਂ ਦਾ ਕੁਟਲ ਨੀਤੀਵਾਨ ਕੋਟਵਾਲ, ਉਹਨੇ ਅਰਥ ਸ਼ਾਸਤਰ ਦੇ ਸਾਰੇ ਟੈਕਸ ਲਿਖੇ ਨੇ, ਪਰ ਸ਼ਰਾਬ ਦੀ ਕੋਈ ਦੁਕਾਨ ਨਹੀਂ ਲਿਖੀ, ਨਾ ਸ਼ਰਾਬ ਦਾ ਕੋਈ ਟੈਕਸ ਲਿਖਿਆ ਹੈ। ਉਸ ਵਕਤ ਭਾਰਤ ਦੇ ਵਿੱਚ ਸ਼ਰਾਬ ਦਾ ਨਾਮੋ ਨਿਸ਼ਾਨ ਨਹੀਂ ਸੀ। ਔਰੰਗਜ਼ੇਬ ਦੇ ਸਮੇਂ ਫਰਾਂਸੀਸੀ ਡਾਕਟਰ ਬਰਨੇਅਰ ਉਹ ਰਿਹਾ ਕਰਦਾ ਸੀ। ਉਹਨੇ ਵੀ ਲਿਖਿਆ ਵੀ ਜਦੋਂ ਮੈਂ ਦਿੱਲੀ ਵਿੱਚ ਰਹਿੰਦਾ ਸਾਂ ਤਾਂ ਸ਼ਰਾਬ ਦੀ ਇੱਕ ਵੀ ਦੁਕਾਨ ਦਿੱਲੀ ਦੇ ਵਿੱਚ ਨਹੀਂ ਸੀ। ਆਰਥਿਕ ਕੰਮਾਂ ਦੇ ਵਿੱਚ ਸ਼ਰਾਬ ਦਾ ਕਿੰਨਾ ਹਿੱਸਾ ਇਹ ਹੁਣ ਦੀਆਂ ਸਰਕਾਰਾਂ ਜਿਹੜੀਆਂ ਕਹਿ ਰਹੀਆਂ, ਇਹ ਕਿਸੇ ਤੋਂ ਕੋਈ ਗੁੱਝਾ ਹੋਇਆ ਨਹੀਂ। ਸੋ ਹਾਊਸ ਆਫ ਕਾਮਨਸ ਵਿਖੇ ਇੱਕ ਬਹਿਸ ਦੇ ਵਿੱਚ ਹਿੱਸਾ ਲੈਂਦਿਆਂ ਮਿਸਟਰ ਕੀਨੀ ਨੇ ਆਖਿਆ ਸੀ ਕਿ ਜੇ ਗਵਰਨਮੈਂਟ ਆਪਣੀ ਆਮਦਨੀ ਵਧਾਉਣ ਦੇ ਖਿਆਲਾਂ ਨਾਲ ਸ਼ਰਾਬ ਸੰਬੰਧੀ ਵਰਤਮਾਨ ਦੀ ਨੀਤੀ ਉੱਪਰ ਅਮਲ ਕਰਦੀ ਹੈ ਤਾਂ 30 ਸਾਲਾਂ ਤੱਕ ਹਿੰਦੁਸਤਾਨ ਸਾਰੀ ਦੁਨੀਆ ਦੇ ਵਿੱਚੋਂ ਸਭ ਤੋਂ ਵੱਧ ਸ਼ਰਾਬੀ ਅਤੇ ਗਰੀਬ ਮੁਲਕ ਬਣ ਜਾਏਗਾ। ਸੋ ਇਸ ਤਰ੍ਹਾਂ ਨਾਲ 1000 ਵਰਸ ਪਹਿਲਾਂ ਅਰਬ ਦਾ ਪ੍ਰਸਿੱਧ ਸੌਦਾਗਰ ਸੁਲੇਮਾਨ ਭਾਰਤ ਆਇਆ। ਉਹਨੇ ਆਪਣੀ ਭਾਰਤ ਦੀ ਸਾਰੀ ਯਾਤਰਾ ਬਾਰੇ ਇੱਕ ਪੁਸਤਕ ਲਿਖੀ, ਜਿਸ ਵਿੱਚ ਉਹਨੇ ਲਿਖਿਆ ਵੀ ਹਿੰਦੁਸਤਾਨ ਵਿੱਚ ਸ਼ਰਾਬ ਪੀਣ ਦਾ ਰਿਵਾਜ ਹੀ ਨਹੀਂ ਸੀ, ਨਾ ਹੀ ਇੱਥੇ ਸ਼ਰਾਬ ਵੇਚੀ ਜਾਂਦੀ ਸੀ। ਸੋ ਅਨੇਕਾਂ ਹੀ ਐਸੇ ਜਿਹੜੇ ਲੇਖਕ ਨੇ, ਫਿਲਾਸਫਰ ਲੋਕ ਨੇ, ਉਹਨਾਂ ਨੇ ਆਪਣੀਆਂ ਲਿਖਤਾਂ ਦੇ ਵਿੱਚ ਇਹ ਸਿੱਧ ਕੀਤਾ ਹੈ ਵੀ ਸਾਡੇ ਦੇਸ਼ ਦੇ ਵਿੱਚ ਇਹ ਨਸ਼ਾ ਨਹੀਂ ਸੀ ਵੇਚਿਆ ਜਾਂਦਾ ਜਾਂ ਪੀਤਾ ਜਾਂਦਾ। ਬਾਬਾ ਫਰੀਦ ਜੀ ਫਰਮਾਨ ਕਰਦੇ, ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਜੀਓ ਸਰੀਰੋਂ ਲੈ। ਜਿਹੜਾ ਬੰਦਾ ਨਸ਼ਾ ਕਰਦਾ ਹੈ ਉਹ ਤਾਂ ਪਰਾਏ ਵਸ ਹੋ ਜਾਂਦਾ। ਮਹਾਂਪੁਰਖਾਂ ਨੇ ਇਹਦਾ ਸਮਝਾਇਆ ਵੀ ਜਿਹੜਾ ਨਸ਼ਾ ਕਰਨ ਵਾਲਾ ਪਰਾਏ ਵਸ ਹੋ ਜਾਂਦਾ ਹੈ ਤੇ ਫਿਰ ਪਰਾਏ ਵਸ ਹੋਣਾ ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਇਹਦੇ ਨਾਲੋਂ ਤਾਂ ਮਰ ਜਾਣਾ ਚੰਗਾ ਹੈ। ਪਰਾਧੀਨ ਸੁਪਨੇ ਸੁਖ ਨਹੀਂ, ਪਰਾਏ ਅਧੀਨ ਹੋ ਕੇ ਤਾਂ ਸੁਪਨੇ ਵਿੱਚ ਵੀ ਸੁਖ ਨਹੀਂ, ਸੁਪਨਾ ਵੀ ਸੁਖ ਦਾ ਨਹੀਂ ਆਉਂਦਾ ਪਰਾਏ ਅਧੀਨ ਰਹਿਣ ਵਾਲੇ ਬੰਦੇ ਨੂੰ। ਤੋ ਇਸੇ ਤਰ੍ਹਾਂ ਹੋਰ ਬਾਕੀ ਨਸ਼ੇ ਹਨ। ਅਫੀਮ ਬਾਰੇ ਵੀ ਮਹਾਰਾਜ ਨੇ ਅਨੇਕਾਂ ਥਾਵੇਂ ਸਿੱਖਿਆ ਦਿੱਤੀ ਹੈ। ਸੂਰਜ ਪ੍ਰਕਾਸ਼ ਦੇ ਵਿੱਚ ਸਤਿਗੁਰੂ ਜੀ ਦੀ ਆਪਣੀ ਵਾਰਤਾ ਆਉਂਦੀ ਹੈ। ਭਾਈ ਵੀਰ ਸਿੰਘ ਜੀ ਨੇ ਬੜੇ ਸੁੰਦਰ ਢੰਗ ਦੇ ਨਾਲ ਉਸ ਸਾਖੀ ਨੂੰ ਇਸ ਪ੍ਰਕਾਰ ਲਿਖਣਾ ਕੀਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਰੁਆਲਸਰ ਪਰ ਗਏ। 22 ਧਾਰ ਦੇ ਪਹਾੜੀ ਰਾਜੇ ਵੀ ਰੁਆਲਸਰ ਆਏ। 22 ਧਾਰ ਦੇ ਪਹਾੜੀ ਰਾਜਿਆਂ ਨੇ ਸਤਿਗੁਰੂ ਜੀ ਦੇ ਦਰਸ਼ਨ ਵੀ ਕੀਤੇ ਤੇ ਰਾਜਨੀਤਿਕ ਵਿਚਾਰਾਂ ਵੀ ਕੀਤੀਆਂ। ਜਦੋਂ ਰਾਜੇ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਆਪੋ ਆਪਣੇ ਡੇਰਿਆਂ ਨੂੰ ਚਲੇ ਗਏ ਤਾਂ ਤਿਨਾਂ ਰਾਜਿਆਂ ਦੇ ਪਰਿਵਾਰਾਂ ਨੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੀ ਆਗਿਆ ਮੰਗੀ। ਸਾਰੇ ਰਾਜਿਆਂ ਨੇ ਆਪਣੇ ਪਰਿਵਾਰਾਂ ਨੂੰ ਸਤਿਗੁਰੂ ਜੀ ਦੇ ਦਰਸ਼ਨ ਕਰਨ ਭੇਜਿਆ ਤਾਂ ਚੰਬੇ ਵਾਲੇ ਰਾਜੇ ਨੇ ਬਹੁਤ ਔਖੇ ਹੋ ਕੇ ਆਪਣੀ ਰਾਣੀ ਨੂੰ ਤੇ ਲੜਕੀ ਨੂੰ, ਜਿਸ ਦਾ ਨਾਮ ਚੰਪਾ ਸੀ, ਉਹਨੂੰ ਵੀ ਭੇਜਿਆ।
ਪਰ ਰਾਜੇ ਦੇ ਦਿਲ ਵਿੱਚ ਸੰਸਾ ਬਣਿਆ ਰਿਹਾ, ਸ਼ੰਕਾ ਬਣਿਆ ਰਿਹਾ। ਕੀ ਸ਼ੰਕਾ ਸੀ? ਵੀ ਮੇਰੀ ਬੇਟੀ ਬੜੀ ਸੁੰਦਰ ਹੈ, ਕਿਤੇ ਇਹ ਗੁਰੂ ਸਾਹਿਬ ਮਹਾਰਾਜ ਦਾ ਇਹਨੂੰ ਦੇਖ ਕੇ ਮਨ ਲੁਭਾਏ ਮਨ ਨਾ ਹੋ ਜਾਵੇ। ਗੁਰੂ ਸਾਹਿਬ ਦੇ ਉੱਤੇ ਸ਼ੰਕਾ ਬਣ ਗਿਆ ਇਸ ਰਾਜੇ ਨੂੰ। ਸੋ ਨਮਸਕਾਰ ਕਰਕੇ ਇਹ ਸਾਰੀਆਂ ਸੰਗਤਾਂ ਬੈਠ ਗਈਆਂ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਰਾਣੀਆਂ ਨੂੰ ਬਹੁਤ ਪ੍ਰਸੰਨਤਾ ਹੋਈ। ਤਾਂ ਹੁਣ ਬਾਕੀ ਸਾਰਿਆਂ ਨੇ ਜਿੱਦਾਂ ਜਿੱਦਾਂ ਕਿਸੇ ਦੀ ਭਾਵਨਾ ਸੀ, ਗੁਰੂ ਸਾਹਿਬ ਨੂੰ ਉਸ ਤਰ੍ਹਾਂ ਆਪਣੇ ਹਿਰਦੇ ਵਿੱਚ ਮਹਾਰਾਜੀਆਂ ਦਾ ਸਤਿਕਾਰ ਕੀਤਾ। ਤੇ ਪਰ ਜੋ ਰਾਜੇ ਚੰਬੇ ਦੀ ਬੇਟੀ ਚੰਪਾ ਸੀ, ਇਹਦੇ ਹਿਰਦੇ ਅੰਦਰ ਤੇ ਗੁਰੂ ਸਾਹਿਬ ਪੂਰਨ ਨਾਰਾਇਣ ਰੂਪ, ਅਕਾਲ ਪੁਰਖ ਦਾ ਰੂਪ ਹੀ ਉਸਨੇ ਜਾਣਨਾ ਕੀਤਾ। ਤੋ ਆਪਣੇ ਅੰਦਰ ਮਹਾਰਾਜ ਜੀ ਦਾ ਐਸਾ ਪ੍ਰੇਮ ਇਹਨੇ ਧਾਰਨ ਕੀਤਾ ਵੀ ਸਤਿਗੁਰੂ ਜੀ ਦੀ ਆਰਾਧਨਾ ਹੀ ਕਰੀ ਜਾਇਆ ਕਰੇ ਹਰ ਵੇਲੇ। ਫਿਰ ਸਤਿਗੁਰੂ ਮਹਾਰਾਜ ਜੀਆਂ ਨੇ ਉਸ ਲੜਕੀ ਦੀ ਸ਼ਰਧਾ ਪਰਖਣ ਵਾਸਤੇ ਤੇ ਸਿੱਖਾਂ ਨੂੰ ਸਿੱਖਿਆ ਸਮਝਾਉਣ ਵਾਸਤੇ ਅਫੀਮ ਦੇ ਬਾਬਤ ਚੰਬੇ ਦੇ ਰਾਜੇ ਨੂੰ ਚਿੱਠੀ ਲਿਖੀ। ਇੱਕ ਦੋਹਰਾ ਲਿਖ ਕੇ ਭੇਜਿਆ। ਦੋਹਰਾ, ਜਲ ਬਮਨ ਬੈਰਾਗ ਰਿਪ ਥਕਿਆ ਬਾਹਨ ਹੋਏ, ਰਾਜਨ ਚੰਪਾ ਤੁਮਰੇ ਦੇਸ਼ ਮਹਿ ਸੋਈ ਭੇਜੀਏ ਮੋਹੇ। ਚੰਪਾ ਨਾਮ ਅਫੀਮ ਦਾ ਵੀ ਹੈ ਤੇ ਚੰਪਾ ਉਸ ਲੜਕੀ ਦਾ ਨਾਮ ਵੀ ਸੀ। ਚੰਪਾ ਉਸ ਇਲਾਕੇ ਨੂੰ ਵੀ ਕਹਿੰਦੇ ਸੀ ਚੰਬਾ ਚੰਪਾ, ਤੋ ਚੰਬਾ ਵੀ ਕਹਿ ਦਿੰਦੇ ਸੀ। ਚੰਬੇ ਦੇ ਇਲਾਕੇ ਦੀ ਅਫੀਮ ਬੜੀ ਚੰਗੀ ਜਾਣੀ ਜਾਂਦੀ ਸੀ। ਇਹ ਪੱਤਰਕਾਰ ਸਤਿਗੁਰੂ ਜੀ ਦਾ ਇੱਕ ਸਿੱਖ ਜਦੋਂ ਚੰਬੇ ਦੇ ਰਾਜੇ ਕੋਲ ਲੈ ਕੇ ਆਇਆ ਤਾਂ ਰਾਜੇ ਨੇ ਜਦ ਪੱਤਰਕਾਰ ਪੜ੍ਹੀ ਤਾਂ ਬੜਾ ਉਦਾਸ ਹੋ ਗਿਆ। ਚਿੱਤ ਵਿੱਚ ਇਹ ਨਿਸ਼ਚਾ ਕਰ ਲਿਆ ਬਈ ਚੰਪਾ ਤਾਂ ਮੇਰੀ ਲੜਕੀ ਦਾ ਨਾਮ ਹੈ ਜੋ ਕਿ ਬਹੁਤ ਸੁੰਦਰ। ਤੋ ਮਹਾਰਾਜ ਜੀਆਂ ਨੇ ਇਹ ਚਿੱਠੀ ਲਿਖ ਕੇ ਮੇਰੀ ਲੜਕੀ ਨੂੰ ਮੰਗਾਇਆ ਹੈ, ਜਿਸ ਕਾਰਨ ਮੈਂ ਆਪਣੀ ਲੜਕੀ ਨੂੰ ਦਰਸ਼ਨ ਕਰਨ ਵਾਸਤੇ ਮਹਾਰਾਜ ਦੇ ਕੋਲ ਨਹੀਂ ਸੀ ਜਾਣ ਦਿੰਦਾ। ਪਰ ਹੁਣ ਉਹ ਕਾਰਨ ਬਣ ਗਿਆ ਹੈ। ਜੋ ਮਨ ਦੇ ਵਿੱਚ ਇਹਦੇ ਸੰਸਾ ਸੀ, ਉਸੇ ਸੰਸੇ ਨੂੰ ਗਾਹਾਂ ਵਧਾਈ ਜਾ ਰਿਹਾ ਹੈ। ਇਹਨਾਂ ਹੀ ਸੋਚਾਂ ਦੇ ਵਿੱਚ ਰਾਜਨ ਬਹੁਤ ਦੁਖੀ ਹੋਇਆ। ਇਸ ਦੁੱਖ ਵਿੱਚ ਜਦੋਂ ਰਾਜਾ ਆਪਣੇ ਮਹਿਲਾਂ ਵਿੱਚ ਗਿਆ ਤਾਂ ਰਾਜੇ ਦਾ ਚਿਹਰਾ ਕੁਮਲਾਇਆ ਹੋਇਆ, ਦੁੱਖ ਵਿੱਚ ਭਰਿਆ ਹੋਇਆ ਰਾਜੇ ਦੀ ਲੜਕੀ ਨੇ ਕਿਹਾ, ਪਿਤਾ ਜੀ ਵੀ ਤੁਹਾਨੂੰ ਕਿਸ ਗੱਲ ਦਾ ਦੁੱਖ ਹੈ ਜਿਸ ਕਰਕੇ ਤੁਸੀਂ ਦੁਖੀ ਹੋ? ਤਾਂ ਰਾਜਾ ਕਹਿਣ ਲੱਗਾ, ਹੇ ਪੁੱਤਰੀ, ਜਿਸ ਗੱਲ ਤੋਂ ਡਰਦਾ ਮੈਂ ਤੁਹਾਨੂੰ ਗੁਰੂ ਦੇ ਦਰਸ਼ਨ ਕਰਨ ਵਾਸਤੇ ਨਹੀਂ ਸੀ ਭੇਜਦਾ, ਉਹੀ ਗੱਲ ਵਰਤ ਗਈ ਹੈ। ਆਖਿਆ ਕੀ ਗੱਲ ਹੋਈ? ਕਿਹਾ ਪੁੱਤਰੀ, ਸਤਿਗੁਰੂ ਜੀ ਦੀ ਚਿੱਠੀ ਆਈ ਹੈ। ਚਿੱਠੀ ਵਿੱਚ ਮਹਾਰਾਜ ਨੇ ਤੈਨੂੰ ਬੁਲਾਇਆ ਹੈ, ਮੰਗਿਆ ਹੈ। ਕਹਿੰਦੇ ਪਿਤਾ ਜੀ ਉਹ ਚਿੱਠੀ ਤੁਹਾਡੇ ਕੋਲ ਹੈ? ਆਖਿਆ ਹਾਂ ਉਹ ਚਿੱਠੀ ਤਾਂ ਮੇਰੇ ਪਾਸ। ਆਖਿਆ ਮੈਨੂੰ ਚਿੱਠੀ ਦਿਖਾਓ। ਰਾਜੇ ਨੇ ਸਤਿਗੁਰੂ ਸਾਹਿਬ ਜੀ ਦੀ ਉਹ ਚਿੱਠੀ ਜਿਹੜੀ ਸੀ ਲੜਕੀ ਨੂੰ ਦਿਖਾ ਲਈ। ਲੜਕੀ ਬੜੀ ਪੜ੍ਹੀ ਲਿਖੀ ਸੀ, ਵਿਦਵਾਨ ਸੀ। ਜਿੱਥੇ ਲੜਕੀ ਵਿਦਵਾਨ ਸੀ ਉੱਥੇ ਉਹਦਾ ਹਿਰਦਾ ਬੜਾ ਸ਼ੁੱਧ ਸੀ, ਕਿਉਂਕਿ ਮੈਲਾ ਵਿਚਾਰ ਮੈਲੇ ਹਿਰਦੇ ਵਿੱਚ ਹੀ, ਮੈਲੀ ਬੁੱਧੀ ਵਿੱਚ ਹੀ ਆ ਸਕਦਾ। ਤੋ ਜਿਨ੍ਹਾਂ ਦੀ ਬਿਰਤੀ ਸ਼ੁੱਧ ਹੁੰਦੀ ਹੈ ਉਹਨਾਂ ਦੇ ਅੰਦਰ ਮੈਲਾ ਖਿਆਲ ਨਹੀਂ ਆਇਆ ਕਰਦਾ। ਤਾਂ ਉਹ ਸਤਿਗੁਰੂ ਜੀ ਨੂੰ ਤਾਂ ਪੂਰਨ ਅਕਾਲ ਪੁਰਖ ਨਿਸ਼ਚਾ ਕਰਦੀ ਸੀ। ਹੁਣ ਆਪਣੇ ਪਿਤਾ ਤੋਂ ਸਤਿਗੁਰੂ ਜੀ ਦੀ ਚਿੱਠੀ ਲਈ ਤੇ ਪੜ੍ਹੀ। ਚਿੱਠੀ ਨੂੰ ਪੂਰਨ ਵਿਚਾਰਿਆ ਔਰ ਲੜਕੀ ਬੜੀ ਖਿੜਖੜਾ ਕੇ ਹੱਸੀ। ਆਪਣੇ ਪਿਤਾ ਨੂੰ ਕਹਿਣ ਲੱਗੀ, ਪਿਤਾ ਜੀ ਸਤਿਗੁਰੂ ਤੁਹਾਡੇ ਰਾਜਿਆਂ ਵਰਗੇ ਹੱਡ ਚੰਮ ਦੇ ਪਿਆਰੇ ਨਹੀਂ ਹੈ, ਜੋ ਕਿਸੇ ਦਾ ਸੋਹਣਾ ਚੰਮ ਦੇਖਿਆ, ਸਰੀਰ ਦੇਖਿਆ ਤੇ ਲੁਭਾਏਮਾਨ ਹੋ ਗਏ। ਸਤਿਗੁਰੂ ਜੀ ਤਾਂ ਆਪ ਨਾਰਾਇਣ, ਦੁਨੀਆ ਦੇ ਕਰਤਾ ਹਰਤਾ ਭਰਤਾ ਹਨ। ਤੁਸੀਂ ਫਿਕਰ ਨਾ ਕਰੋ, ਮੈਂ ਉੱਤਰ ਲਿਖ ਕੇ ਦਿੰਦੀ ਹਾਂ। ਉਹਨੇ ਜਵਾਬ ਦੇ ਵਿੱਚ ਉੱਤਰ ਦੋਹਰਾ ਲਿਖਿਆ, ਰੂਪ ਵਿਡਾਰਨ ਮਦ ਹਰਨ ਕੁਲ ਕੋ ਲਾਵੇ ਲਾਜ, ਐਸੀ ਨਾਰ ਬਿਦਕਾਰ ਕੋ ਕਹਾਂ ਕਰੇ ਰਘੁਰਾਜ। ਲੜਕੀ ਨੇ ਆਪਣੇ ਰਾਜੇ ਪਿਤਾ ਨੂੰ ਆਖਿਆ, ਪਿਤਾ ਜੀ ਇਹ ਤਾਂ ਸਤਿਗੁਰੂ ਜੀ ਦੀ ਪੱਤਰਕਾ ਸਾਡੇ ਦਾਸਾਂ ਦੀ ਪਰਖ ਵਾਸਤੇ ਸੀ ਵੀ ਦਾਸਾਂ ਦੀ ਸ਼ਰਧਾ ਮਹਾਰਾਜ ਦੇ ਉੱਤੇ ਹੈਗੀ ਕਿ ਨਹੀਂ। ਪਿਤਾ ਜੀ ਉਹ ਚੰਪਾ ਮੇਰਾ ਹੀ ਨਾਮ ਨਹੀਂ ਕੱਲਾ, ਚੰਪਾ ਅਫੀਮ ਨੂੰ ਵੀ ਕਹਿੰਦੇ ਹਨ, ਚੰਪਾ ਸਾਡੇ ਇਲਾਕੇ ਨੂੰ ਵੀ ਕਹਿੰਦੇ ਹਨ। ਸੋ ਇੱਕ ਅੱਖਰ ਦੇ ਕਈ ਅਰਥ ਹੁੰਦੇ ਹਨ। ਸੋ ਇਹ ਅਫੀਮ ਖਾਣ ਵਾਲੇ ਦਾ ਰੂਪ ਭੈੜਾ ਹੋ ਜਾਂਦਾ ਹੈ। ਅਫੀਮ ਖਾਣ ਵਾਲੇ ਨੂੰ ਅਫੀਮ ਕੰਗਾਲ ਕਰ ਦਿੰਦੀ ਹੈ।
ਵੱਡ ਪੁਣੇ ਦੀ ਹੈਂਕੜ ਭੰਨ ਦਿੰਦੀ ਹੈ। ਤੇ ਜਦੋਂ ਕੰਗਾਲ ਹੋ ਕੇ ਮੰਗਤੇ ਦੀ ਸ਼ਕਲ ਵਿੱਚ ਅਧੀਨ ਹੋ ਕੇ ਮੰਗਣ ਲੱਗ ਜਾਂਦਾ ਹੈ ਤਾਂ ਕੁੱਲ ਨੂੰ ਦਾਗ ਲਾ ਦਿੰਦੀ ਹੈ। ਐਸਾ ਕੁੱਲ ਕਲੰਕ ਜਿਹੜਾ ਹੈ, ਕਲੰਕੀ ਬੰਦਾ ਆਪਣੇ ਪਿਤਾ ਦਾਦੇ ਦੀ ਜਾਇਦਾਦ ਨੂੰ ਵੀ ਵੇਚ ਕੇ ਤੇ ਮੰਗਤੇ ਦੀ ਨਿਆਈ ਬਣ ਜਾਂਦਾ ਹੈ। ਸੋ ਹੁਣ ਇਹ ਅਫੀਮ ਦੇ ਜਿਹੜੇ ਔਗਣ ਨੇ ਉਸ ਬੱਚੀ ਨੇ ਉਸ ਦੋਹਰੇ ਦੇ ਵਿੱਚ ਲਿਖ ਕੇ ਮਹਾਰਾਜ ਜੀ ਨੂੰ ਭੇਜੇ। ਤਾਂ ਸੰਤ ਮਹਾਰਾਜ ਕਹਿੰਦੇ, ਸੋ ਸਾਧ ਸੰਗਤ ਜੀ, ਕਿਸੇ ਪ੍ਰਕਾਰ ਦਾ ਵੀ ਜਿਹੜਾ ਅਮਲ ਹੈ ਉਹ ਠੀਕ ਨਹੀਂ ਹੈ। ਅਮਲ ਤਾਂ ਸਿਰਫ ਇੱਕ ਪ੍ਰਸ਼ਾਦੇ ਦਾ ਹੀ ਹੋਣਾ ਚਾਹੀਦਾ ਹੈ। ਸੋ ਅਮਲਾਂ ਦੇ ਅਧੀਨ ਹੋ ਕੇ ਨਾ ਜੀਓ। ਸਤਿਗੁਰੂ ਨਾਨਕ ਦੇਵ ਜੀ ਬਾਬਰ ਦੇ ਦਰਬਾਰ ਵਿੱਚ ਜਿਹੜਾ ਬਚਨ ਉਚਾਰਿਆ ਸੀ, ਭਉ ਤੇਰਾ ਭਾਂਗ ਖੱਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ। ਤਾਂ ਬਾਬਰ ਨੇ ਆਖਿਆ ਸੀ, ਫਕੀਰ ਜੀ, ਜਿਹੜੀ ਭੰਗ ਹੈ ਇਹ ਤਾਂ ਕੁੰਡੇ ਸੋਟੇ ਨਾਲ ਘੋਟ ਕੇ ਪੀਤੀ ਜਾਂਦੀ ਹੈ, ਤੇ ਜਿਹੜੀ ਭੰਗ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਕਿਹੜੇ ਕੁੰਡੇ ਸੋਟੇ ਨਾਲ ਘੋਟ ਕੇ ਪੀਂਦੇ ਹੋ? ਤਾਂ ਸਤਿਗੁਰੂ ਜੀ ਨੇ ਜੋ ਉੱਤਰ ਦਿੱਤਾ ਸੀ ਉਹ ਜਨਮ ਸਾਖੀ ਵਿੱਚ ਦਰਜ ਹੈ। ਭਉ ਭਾਂਗ ਸਿਫਤ ਕਾ ਕੁੰਡਾ, ਗਿਆਨ ਕਾ ਕੀਆ ਡੰਡਾ, ਸੱਚ ਸ਼ਬਦ ਅੰਮ੍ਰਿਤ ਮਥ ਪੀਆ, ਤਬ ਹੁਆ ਅਮਲ ਅਖੰਡਾ, ਬਾਬਰ ਕਲੰਦਰ ਪਿਆਲਾ ਪੀਓ। ਉੱਤਰ, ਨਾ ਜਾਵੇ ਨਾ ਕਬਹੂ ਖੀਓ। ਵੀ ਇਹ ਨਾਮ ਦਾ ਪਿਆਲਾ, ਨਾਮ ਦਾ ਨਸ਼ਾ ਜਿਹਨੂੰ ਚੜ ਜਾਂਦਾ ਇਹ ਕਦੇ ਲਹਿੰਦਾ ਨਹੀਂ। ਅੱਗੇ ਕਬੀਰ ਮਹਾਰਾਜ ਵੀ ਆਪਣੇ ਸ਼ਲੋਕ 'ਚ ਬਚਨ ਕਰਦੇ ਹਨ, ਕਬੀਰ ਭੰਗ ਮਾਛਲੀ ਸੁਰਾਪਾਨ, ਜੋ ਜੋ ਪ੍ਰਾਨੀ ਖਾਹੇ, ਤੀਰਥ ਵਰਤ ਨੇਮ ਕੀਏ, ਤੇ ਸਭੈ ਰਸਾਤ ਲਜਾਏ। ਐਸੇ ਨਸ਼ਿਆਂ ਦੀ ਨਿਖੇਧੀ ਕਰਦਿਆਂ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਜਿਹੜੇ ਨਸ਼ੇ ਕਰਦੇ ਹਨ ਉਹਨਾਂ ਦੇ ਧਰਮ ਦੇ ਕਰਮ ਕੀਤੇ ਹੋਇਆਂ ਨੂੰ ਵੀ ਫਲ ਨਹੀਂ ਲੱਗਦਾ। ਨਸ਼ਿਆਂ ਤੋਂ ਬਚਣ ਦੀ ਗੱਲ ਕੀਤੀ ਹੈ। ਸੋ ਉਸ ਵੇਲੇ ਪਿੰਡਾਂ ਦੇ ਵਿੱਚ ਆਮ ਰਿਵਾਜ ਹੁੰਦਾ ਸੀ, ਮਾਈਆਂ ਵੀ ਨਸਵਾਰ ਲੈਂਦੀਆਂ ਸੀ। ਨਸਵਾਰ ਲੈਣ ਵਾਲੇ ਸੋ ਉਸ ਨਸ਼ੇ ਨੂੰ ਸੁੰਘਦੇ ਸੀ। ਸੋ ਉਹਦੇ ਬਾਬਤ ਵੀ ਮਹਾਂਪੁਰਖਾਂ ਨੇ ਬਹੁਤ ਜ਼ਿਆਦਾ ਤਾੜਨਾ ਕੀਤੀ ਕਿ ਭਾਈ ਇਹ ਸਾਰੇ ਤਰ੍ਹਾਂ ਦੇ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ ਤੇ ਤੁਸੀਂ ਗੁਰੂ ਕੇ ਸਿੱਖ ਬਣੋ। ਸੋ ਐਸਾ ਪ੍ਰਚਾਰ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਸੰਗਤਾਂ ਦੇ ਵਿੱਚ ਕਰਿਆ ਕਰਦੇ। ਸੋ ਉਸ ਥਾਂ ਜਦੋਂ ਹੁਣ ਸਾਰੇ ਬੈਠੇ ਸੀ, ਸੰਗਤ ਸਜੀ ਹੋਈ ਸੀ, ਸੰਤ ਮਹਾਰਾਜ ਬਚਨ ਕਰ ਰਹੇ, ਤਾਂ ਵਿੱਚੇ ਇੱਕਦਮ ਬਾਬਾ ਈਸ਼ਰ ਸਿੰਘ ਜੀ ਬੋਲੇ, ਰੱਬ ਜੀ, ਰੱਬ ਜੀ। ਮਹਾਂਪੁਰਖਾਂ ਨੇ ਜਿਸ ਵੇਲੇ ਬਾਬਾ ਈਸ਼ਰ ਸਿੰਘ ਮਹਾਰਾਜ ਵੱਲ ਦੇਖਿਆ ਤਾਂ ਬਾਬਾ ਜੀ ਕਹਿੰਦੇ, ਰੱਬ ਜੀ, ਜਿਹੜਾ ਕੁੰਦਨ ਸਿੰਘ ਨਾ ਮਹਾਦਾਨੀ, ਵਾਹਿਗੁਰੂ ਨੂੰ ਭੁੱਲ ਕੇ ਤੇ ਆਪ ਮਹਾਦਾਨੀ ਬਣ ਕੇ ਬਹਿ ਗਿਆ। ਸੋ ਕੁੰਦਨ ਸਿੰਘ ਜੀ ਦੀ ਬਾਬਤ ਨਾ ਤਾਂ ਕੋਈ ਜ਼ਿਕਰ ਚੱਲਿਆ ਸੀ ਉੱਥੇ, ਪਰ ਇਹ ਹੁਣ ਬਾਬਾ ਜੀ ਦੀ ਜਿਹੜੀ ਰਮਜ ਹੈ ਉਹ ਬਾਬਾ ਜੀ ਹੀ ਜਾਣਦੇ ਸੀ। ਇਹ ਕੁੰਦਨ ਸਿੰਘ ਨਾਮ ਦਾ ਜਿਹੜਾ ਵਿਅਕਤੀ ਸੀ ਵੱਡੋਂ ਪਿੰਡ ਤੋਂ, ਇਹਨੇ ਮਹਾਰਾਜ ਦੀ ਬਖਸ਼ੀ ਹੋਈ ਦੌਲਤ ਦੇ ਨਾਲ ਕਾਫੀ ਇਕੋਤਰੀਆਂ ਕਰਾਈਆਂ। ਬਾਬਾ ਸ਼ੇਰ ਸਿੰਘ ਦੀ ਇੱਛਾ ਰੱਖ ਕੇ ਬੜੀ ਅਨੰਨ ਸੇਵਾ ਕੀਤੀ ਸੀ ਇਹਨੇ। ਸੋ ਉਹਦੇ ਕਰਕੇ ਬੜੀ ਮਾਇਆ ਇਹਨਾਂ ਨੂੰ ਪ੍ਰਾਪਤ ਹੋ ਗਈ। ਬਾਬਾ ਮਨੀ ਸਿੰਘ ਜੀ ਵੀ ਇਹਨਾਂ ਦੇ ਆਇਆ ਕਰਦੇ, ਹੋਰ ਅਨੇਕਾਂ ਸਾਧੂ ਇਹਨਾਂ ਦੇ ਆਇਆ ਕਰਦੇ, ਤੇ ਇਹਨਾਂ ਨੇ 7100 ਪਾਠ ਕਰਵਾਇਆ, 101 ਪਾਠ ਕੋਤਰੀ ਕਰਾਈ। ਬਹੁਤ ਮਾਇਆ ਵੀ ਦਾਨ ਕੀਤੀ। ਇੱਕ ਇਕੋਤਰੀ ਵੱਡੋਂ ਪਿੰਡ ਹੋਈ। ਸੋ ਕਿਸ਼ਨਪੁਰੇ ਬਾਬਾ ਮਿੱਤ ਸਿੰਘ ਜੀ ਦੇ ਡੇਰੇ ਵੀ ਇੱਕ ਇਕੋਤਰੀ ਹੋਈ। ਪਿੰਡ ਪਾਲਦੀ ਦੇ ਵਿੱਚ ਵੀ 7100 ਪਾਠ ਕਰਾਏ। ਸੋ ਇਸ ਤਰ੍ਹਾਂ ਨਾਲ ਹੁਣ ਜਿੰਨੇ ਵੀ ਸਾਧੂ ਸੰਤ ਆਉਂਦੇ, ਇਹ ਕੁੰਦਨ ਸਿੰਘ ਨੂੰ ਮਹਾਦਾਨੀ ਕਹਿ ਕੇ ਬੁਲਾਉਂਦੇ, ਮਹਾਦਾਨੀ। ਤੋ ਹੁਣ ਜਦੋਂ ਮਹਾਦਾਨੀ ਸਾਰੇ ਕਹਿਣ ਲੱਗ ਪਏ, ਇਹਦੇ ਮਨ ਵਿੱਚ ਹੰਕਾਰ ਆ ਗਿਆ ਵੀ ਇਹ ਜਿੰਨੇ ਸਾਧੂ ਸੰਤ ਨੇ ਮੈਨੂੰ ਮਹਾਦਾਨੀ ਕਹਿੰਦੇ ਨੇ ਤੇ ਮੈਂ ਸੱਚਿਓ ਹੀ ਮਹਾਦਾਨੀ ਹਾਂ। ਤੋ ਹੁਣ ਮਹਾਂਪੁਰਖਾਂ ਦੇ ਕੋਲ ਇਹ ਰਿਪੋਰਟ ਆ ਗਈ ਵੀ ਉਹ ਆਪਣੇ ਆਪ ਨੂੰ ਮਹਾਦਾਨੀ ਬਣ ਕੇ ਬੈਠਾ ਹੈ। ਤੋ ਸਾਧ ਸੰਗਤ ਜੀ, ਗੁਰਬਾਣੀ ਦਾ ਫਰਮਾਨ ਹੈ, ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨ ਹਾਰ ਜਾਣੈ ਗਾਵਾਰ। ਦਾਤਾ ਇੱਕ ਹੀ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਦੱਦਾ ਦਾਤਾ ਏਕ ਹੈ। ਦਾਤਾ ਸਾਰੇ ਜੀਵਾਂ ਦਾ ਇੱਕੋ ਹੀ ਹੈ, ਸਾਰਿਆਂ ਨੂੰ ਦੇਣ ਵਾਲਾ ਹੈ।
ਤੋ ਆਪਣੇ ਆਪ ਨੂੰ ਕੋਈ ਦਾਤਾ ਸਮਝੇ ਤਾਂ ਬਹੁਤ ਵੱਡੀ ਅਗਿਆਨਤਾ ਹੈ। ਤੋ ਹੁਣ ਉਹਨੂੰ ਸਿੱਧੇ ਰਾਹੇ ਲਿਆਉਣ ਵਾਸਤੇ ਪਰਮੇਸ਼ਰ ਨੇ ਐਸੀ ਖੇਡ ਵਰਤਾਈ ਬਈ ਉਹਨੂੰ ਘਾਟਾ ਪੈ ਗਿਆ। ਸਾਰੇ ਕਾਰੋਬਾਰ ਜਿਹੜੇ ਸੀ ਉਹ ਮੰਦੇ ਪੈ ਗਏ। ਅਖੀਰ ਜਦੋਂ ਮੰਗ ਖਾਣ ਤੱਕ ਦੀ ਵੀ ਨੌਬਤ ਆ ਗਈ ਤਾਂ ਫਿਰ ਇਹਨੂੰ ਕਿਸੇ ਆਖਿਆ ਵੀ ਤੂੰ ਹੁਣ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਕੋਲ ਜਾ, ਉਹ ਕਿਰਪਾ ਕਰ ਸਕਦੇ ਹਨ। ਤੋ ਮਹਾਂਪੁਰਖਾਂ ਦੇ ਕੋਲ ਇਹਨੂੰ ਕੋਈ ਲੈ ਕੇ ਆਇਆ ਪ੍ਰੇਰਨਾ ਦੇ ਕੇ, ਤਾਂ ਮਹਾਂਪੁਰਖਾਂ ਨੂੰ ਆ ਕੇ ਬੇਨਤੀ ਕੀਤੀ। ਸੰਤ ਬਾਬਾ ਜਵਾਲਾ ਸਿੰਘ ਜੀ ਕਹਿੰਦੇ ਵੀ ਇਹਨਾਂ ਨੂੰ ਬਾਬਾ ਈਸ਼ਰ ਸਿੰਘ ਜੀ ਦੇ ਕੋਲ ਲੈ ਕੇ ਜਾਓ। ਤਾਂ ਦੇਖ ਉਸ ਵੇਲੇ ਬਾਬਾ ਜੋਧ ਸਿੰਘ ਜੋ ਕਿ ਬਾਬਾ ਈਸ਼ਰ ਸਿੰਘ ਜੀ ਦੀ ਸੇਵਾ ਦੇ ਵਿੱਚ ਹੁੰਦੇ, ਤੇ ਉਹ ਇਸ ਭਾਈ ਮਹਾਦਾਨੀ ਕੁੰਦਨ ਸਿੰਘ ਨੂੰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਕੋਲ ਲੈ ਗਏ। ਲਿਜਾ ਕੇ ਜਿਸ ਵੇਲੇ ਨਮਸਕਾਰ ਇਹਨੇ ਕੁੰਦਨ ਸਿੰਘ ਨੇ ਕੀਤੀ ਤਾਂ ਬਾਬਾ ਜੀ ਹੱਸ ਪਏ, ਕਹਿੰਦੇ ਆਓ ਮਹਾਦਾਨੀ ਕੁੰਦਨ ਸਿੰਘ। ਬਾਰ-ਬਾਰ ਬਾਬਾ ਜੀ ਮਹਾਦਾਨੀ ਕਹਿਣ ਉੱਚੀ ਉੱਚੀ, ਤੇ ਇਹਨੇ ਮਹਾਂਪੁਰਖਾਂ ਦੇ ਚਰਨਾਂ 'ਚ ਸੀਸ ਰੱਖ ਕੇ ਬੇਨਤੀ ਕਰੀ, ਮਹਾਰਾਜ ਮੇਰੀ ਗਲਤੀ ਮਾਫ ਕਰ ਦਿਓ, ਬਹੁਤ ਵੱਡੀ ਭੁੱਲ ਕੀਤੀ। ਮਹਾਂਪੁਰਸ਼ ਕਹਿੰਦੇ ਭਾਊ ਮਹਾਦਾਨੀ ਤਾਂ ਸਤਿਗੁਰੂ ਆਪ ਹੀ ਆ, ਮਹਾਦਾਨੀ ਨਹੀਂ ਕੋਈ ਵੀ ਬਣ ਸਕਦਾ। ਬਾਣੀ ਕਹਿੰਦੀ ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤਿਓ ਵਾਰ ਗਨੀਮਨ ਗਾਰੈ, ਪਛ ਪਸ਼ੂ ਨਗ ਨਾਗ ਨਰਾਦ ਸਰਬ ਸਮੈ ਸਭ ਕੋ ਪ੍ਰਤਪਾਰੈ, ओखत है जल में थल में पल में कल के नहीं कर्म विचारै, दीन दयाल दया नित दोखन देखत है पर देत न हारै। ਬੰਦਾ ਜਦੋਂ ਦਿੰਦਾ ਹੈ ਤਾਂ ਜਿਸ ਨੂੰ ਦਿੰਦਾ ਹੈ ਉਹਦੇ ਗੁਣ ਔਗਣ ਵਿਚਾਰਦਾ ਹੈ, ਪਰ ਪਰਮਾਤਮਾ ਜਿਸ ਵੇਲੇ ਦਿੰਦਾ ਹੈ ਉਹ ਕਿਸੇ ਦੇ ਵੀ ਗੁਣ ਔਗਣ ਨਹੀਂ ਦੇਖਦਾ। ਸਾਰਿਆਂ ਨੂੰ ਦਿੰਦਾ ਹੈ, ਪਸ਼ੂਆਂ ਪੰਛੀਆਂ ਨੂੰ ਦਿੰਦਾ ਹੈ, ਰੋਖ ਰੋਹਾਨ ਕੀ ਰੋਜੀ ਨਾ ਟਾਰੈ, ਕਿਸੇ ਦੀ ਰੋਜੀ ਨਹੀਂ ਟਾਲਦਾ ਕਿਸੇ ਦੇ ਔਗਣ ਦੇਖ ਕੇ। ਇਹ ਨਹੀਂ ਹੈ ਵੀ ਉਹਨੇ ਪਾਪੀਆਂ ਨੂੰ, ਪਾਪ ਕਰਨ ਵਾਲਿਆਂ ਨੂੰ ਖਾਣ ਨੂੰ ਨਹੀਂ ਦੇਣਾ, ਨਹੀਂ ਜੀ, ਸਾਰਿਆਂ ਨੂੰ ਦਿੰਦਾ ਹੈ। ਬੇਈਮਾਨਾਂ ਨੂੰ ਬੇਈਮਾਨੀ ਕਰਦਿਆਂ ਦੇਖਦਾ ਹੈ ਪਰ ਫਿਰ ਵੀ ਦਿੰਦਾ ਹੈ। ਸੋ ਇਸ ਤਰ੍ਹਾਂ ਨਾਲ ਅਨੇਕਾਂ ਹੀ ਐਸੇ ਬਚਨ ਹਨ ਗੁਰਬਾਣੀ ਦੇ ਜਿੱਥੋਂ ਪਤਾ ਲੱਗਦਾ ਹੈ ਵੀ ਬੇਸ਼ੱਕ ਕੋਈ ਕਿੰਨਾ ਵੀ ਆਪਣੇ ਆਪ ਦੇ ਵਿੱਚ ਦਾਨੀ ਬਣ ਜਾਏ, ਪਰ ਸਾਧ ਸੰਗਤ ਜੀ ਪਰਮੇਸ਼ਰ ਦਾ ਮੁਕਾਬਲਾ ਨਹੀਂ ਕੋਈ ਕਰ ਸਕਦਾ। ਵੀ ਵਾਹਿਗੁਰੂ ਵਰਗਾ ਕੋਈ ਦਾਨੀ ਬਣ ਜਾਵੇ, ਇਹੋ ਜਿਹਾ ਨਹੀਂ ਕੋਈ ਵੀ ਹੋ ਸਕਦਾ। ਸੋ ਇਸ ਤਰ੍ਹਾਂ ਨਾਲ ਮਹਾਂਪੁਰਖਾਂ ਨੇ ਕਿਹਾ ਬਈ ਹੁਣ ਬਰਕਤ ਤਾਂ ਪੈਣੀ ਹੈ, ਤੂੰ ਧਰਮ ਦੀ ਕਿਰਤ ਕਰ ਤੇ ਗੁਰੂ ਦਾ ਦਸਵੰਧ ਕੱਢਿਆ ਕਰ। ਜਿਹੜਾ ਸਿੱਖ ਦਸਵੰਧ ਕੱਢੇਗਾ ਉਹਦੀ ਕਿਰਤ ਦੇ ਵਿੱਚ ਆਪਣੇ ਆਪ ਬਰਕਤ ਪੈਂਦੀ ਰਹੇਗੀ। ਸੋ ਇਸ ਤਰ੍ਹਾਂ ਨਾਲ ਮਹਾਂਪੁਰਖਾਂ ਨੇ ਐਸੇ ਅਮੋਲਕ ਵਚਨਾਂ ਦਾ ਉਪਦੇਸ਼ ਉਸ ਕੁੰਦਨ ਸਿੰਘ ਨੂੰ ਦਿੱਤਾ। ਹੁਣ ਅੱਗੇ ਵਾਰਤਾ ਜੋ ਹੈ, ਪਿੰਡ ਤਨੂਲੀ ਤੋਂ ਇੱਕ ਪਰਿਵਾਰ ਸੀ, ਸਰਦਾਰ ਦੀਵਾਨ ਸਿੰਘ। ਦੀਵਾਨ ਸਿੰਘ ਜੀ ਦੀ ਸਪੁੱਤਰੀ ਸੀ ਬੀਬੀ ਪ੍ਰੀਤੋ। ਦੀਵਾਨ ਸਿੰਘ ਜੀ ਸੋ ਇਹਨਾਂ ਦੀ ਪੁੱਤਰੀ ਬੀਬੀ ਪ੍ਰੀਤੋ ਨੂੰ ਬੀਬੀ ਅਮਰ ਕੌਰ ਤੇ ਬੀਬੀ ਬੰਤੀ ਦੇ ਰਾਹੀਂ ਸੰਤ ਮਹਾਰਾਜ ਜੀ ਦੀ ਸੰਗਤ ਪ੍ਰਾਪਤ ਹੋਈ। ਸੰਤ ਮਹਾਰਾਜ ਜੀ ਉਸ ਵੇਲੇ ਆਪਣੇ ਪਾਸ ਯੋਗ ਵਿਸ਼ੇਸ਼ਟ ਦੀ ਕਥਾ ਕਰਿਆ ਕਰਦੇ ਜਾਂ ਕਰਾਇਆ ਕਰਦੇ। ਯੋਗ ਵਿਸ਼ੇਸ਼ਟ ਜਿਹੜਾ ਗ੍ਰੰਥ ਹੈ ਸਾਧ ਸੰਗਤ ਜੀ, ਇਹ ਗ੍ਰੰਥ ਸ੍ਰੀ ਰਾਮਚੰਦਰ ਜੀ ਅਤੇ ਸ੍ਰੀ ਰਾਮਚੰਦਰ ਜੀ ਦੇ ਗੁਰੂ ਜਿਹੜੇ ਵਿਸ਼ਿਸ਼ਟ ਮੁਨੀ ਜੀ ਹੋਏ ਆ, ਉਹਨਾਂ ਦੇ ਵਿੱਚ ਵਿਚਾਰ ਚਰਚਾ ਜਿਹੜੀ ਹੋਈ ਬ੍ਰਹਮ ਵਿਦਿਆ ਦੀ, ਉਹਦੇ ਬਾਬਤ ਬਹੁਤ ਖੁੱਲ੍ਹ ਕੇ ਵਿਚਾਰ ਲਿਖੀ ਹੋਈ ਆ। ਬ੍ਰਹਮ ਦੀ ਵਿਚਾਰ, ਬੈਰਾਗ ਦੀ ਵਿਚਾਰ ਇਸ ਦੇ ਵਿੱਚ ਹੈ। ਤੋ ਯੋਗ ਵਿਸ਼ਿਸ਼ਟ ਦੀ ਮਹਾਂਪੁਰਖ ਕਥਾ ਕਰਾਇਆ ਕਰਦੇ, ਸਾਰੀ ਸੰਗਤ ਬੜੇ ਪ੍ਰੇਮ ਸਹਿਤ ਸੁਣਿਆ ਕਰਦੀ। ਜਦੋਂ ਯੋਗ ਵਿਸ਼ਿਸ਼ਟ ਗ੍ਰੰਥ ਦਾ ਬੈਰਾਗ ਪ੍ਰਕਰਨ ਚੱਲਦਾ ਸੀ ਤਾਂ ਦੀਵਾਨ ਸਿੰਘ ਦੀ ਇਹ ਛੋਟੀ ਸਪੁੱਤਰੀ ਬੀਬੀ ਪ੍ਰੀਤੋ ਇਹ ਨਿਯਮ ਦੇ ਨਾਲ ਸੰਤਾਂ ਦੀ ਸੰਗਤ ਵਿੱਚ ਆ ਕੇ ਕਥਾ ਸੁਣਿਆ ਕਰੇ। ਕਾਫੀ ਸਮਾਂ ਬਾਬਾ ਦੀਦਾਰ ਸਿੰਘ ਜੀ ਕਥਾ ਕਰਦੇ ਰਹੇ, ਤੋ ਬਾਬਾ ਜੋਧ ਸਿੰਘ ਵੀ ਕਥਾ ਕਰਦੇ ਰਹੇ। ਸੋ ਇਸ ਬੀਬੀ ਨੇ ਬੜੀ ਪ੍ਰੀਤ ਨਾਲ ਕਥਾ ਸੁਣੀ। ਬੈਰਾਗ ਦਾ ਪ੍ਰਕਰਨ ਸੁਣ ਕੇ ਬੀਬੀ ਜੀ ਦੇ ਮਨ ਵਿੱਚ ਬਹੁਤ ਤੀਬਰ ਬੈਰਾਗ ਪੈਦਾ ਹੋ ਗਿਆ। ਸੰਸਾਰ ਨੂੰ ਬਿਲਕੁਲ ਤੁੱਛ ਜਾਣਨ ਲੱਗ ਪਈ ਵੀ ਸੰਸਾਰ ਦੇ ਸੁੱਖ ਤਾਂ ਕੁਝ ਵੀ ਨਹੀਂ ਹੈ।
ਸੋ ਜਿਸ ਵੇਲੇ ਇਹਦੇ ਮਨ ਵਿੱਚ ਬੈਰਾਗ ਆ ਗਿਆ ਔਰ ਮਨ ਵਿੱਚ ਪੱਕਾ ਧਾਰ ਲਿਆ ਵੀ ਮੈਂ ਗ੍ਰਸਥ ਮਾਰਗ ਨਹੀਂ ਅਪਣਾਉਣਾ, ਮੈਂ ਭਗਤੀ ਹੀ ਕਰਨੀ ਹੈ। ਪਰ ਹੁਣ ਇਸ ਦੇ ਪਿਤਾ ਦੀਵਾਨ ਸਿੰਘ ਨੇ ਬੀਬੀ ਨੂੰ ਪੁੱਛੇ ਬਿਨਾਂ ਹੀ ਬੀਬੀ ਦੀ ਮੰਗਣੀ ਕਰ ਦਿੱਤੀ। ਜਦੋਂ ਬੀਬੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਝਗੜਾ ਹੋਣਾ ਲਾਜ਼ਮੀ ਹੀ ਸੀ। ਸਮਾਂ ਚੱਲਦਾ ਗਿਆ, ਵਿਆਹ ਦੇ ਦਿਨ ਨੇੜੇ ਆ ਗਏ ਤੇ ਬੀਬੀ ਪ੍ਰੀਤੋ ਸੀ ਜਿਹੜੀ, ਉਹਨੇ ਕਿਹਾ ਵੀ ਮੈਂ ਗ੍ਰਸਥ ਮਾਰਗ ਅਪਣਾਉਣਾ ਨਹੀਂ, ਮੈਨੂੰ ਤਾਂ ਨਫ਼ਰਤ ਹੈ। ਤੇ ਬੀਬੀ ਦੇ ਜਦੋਂ ਅੱਗੇ ਕੋਈ ਜ਼ੋਰ ਨਾ ਚੱਲਿਆ, ਮਾਤਾ ਪਿਤਾ ਬਹੁਤ ਜ਼ੋਰ ਪਾ ਰਹੇ ਸੀ ਸ਼ਾਦੀ ਵਾਸਤੇ, ਸ਼ਾਦੀ ਨੂੰ ਦਿਨ ਥੋੜੇ ਰਹਿ ਗਏ। ਤਾਂ ਪਰ ਹੁਣ ਇਸ ਸਮੇਂ ਇਸ ਬੀਬੀ ਨੇ ਚੁਬਾਰਾ ਸੀ, ਚੁਬਾਰੇ ਵਿੱਚ ਵੜ ਕੇ ਅੰਦਰੋਂ ਕੁੰਡੀ ਲਾ ਲਈ ਤੇ ਵਾਹਿਗੁਰੂ ਦਾ ਸਿਮਰਨ ਕਰਨ ਲੱਗੀ। ਨਾ ਕੁਛ ਖਾਧਾ ਪੀਤਾ, ਬੜਾ ਕੁੰਡਾ ਖਿਲਾਉਣ ਦਾ ਯਤਨ ਕਰਿਆ ਸਭ ਨੇ, ਪਰ ਇਹਨੇ ਕੁੰਡਾ ਨਾ ਖੋਲਿਆ। ਸੋ ਹੁਣ ਪਰਿਵਾਰ ਨੇ, ਭਾਈ ਦੀਵਾਨ ਸਿੰਘ ਨੇ ਸੰਤ ਮਹਾਰਾਜ ਦੇ ਚਰਨਾਂ 'ਚ ਪੁੱਜ ਕੇ ਨਮਸਕਾਰ ਕੀਤੀ ਔਰ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਮਹਾਰਾਜ ਆਹ ਗੱਲ ਹੈ। ਸਾਰੀ ਕਹਾਣੀ ਜਦੋਂ ਦੱਸੀ ਸੰਤਾਂ ਅੱਗੇ ਬੇਨਤੀ ਕਰਕੇ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਦੀਵਾਨ ਸਿੰਘ ਏਦਾਂ ਕਰੋ, ਤੁਸੀਂ ਅਜੇ ਬੀਬੀ ਪ੍ਰੀਤੋ ਦੀ ਸ਼ਾਦੀ ਨਾ ਕਰੋ। ਹੁਣ ਜਿਸ ਲੜਕੇ ਦੀ ਮੰਗਣੀ ਕੀਤੀ ਹੋਈ ਆ ਤੁਸੀਂ, ਉਸ ਲੜਕੇ ਨਾਲ ਆਪਣੀ ਦੂਜੀ ਪੁੱਤਰੀ ਜੋ ਪ੍ਰੀਤੋ ਦੀ ਛੋਟੀ ਭੈਣ ਹੈ, ਉਹਦਾ ਸੰਯੋਗ ਹੈ, ਉਹਨੂੰ ਤੁਸੀਂ ਉਸ ਲੜਕੇ ਨਾਲ ਵਿਆਹ ਦਿਓ। ਤਾਂ ਦੀਵਾਨ ਸਿੰਘ ਸੰਤਾਂ ਦਾ ਸ਼ਰਧਾਲੂ ਸੀ, ਉਹਨੇ ਸੰਤਾਂ ਦਾ ਬਚਨ ਸਤ ਵਚਨ ਕਰਕੇ ਮੰਨ ਲਿਆ। ਘਰ ਆ ਕੇ ਆਪਣੀ ਪਤਨੀ ਨਾਲ ਗੱਲਬਾਤ ਕੀਤੀ ਬਈ ਸੰਤ ਮਹਾਰਾਜ ਨੇ ਆਹ ਹੁਕਮ ਕੀਤਾ ਹੈ। ਉਹ ਵੀ ਸਹਿਮਤ ਹੋ ਗਏ ਵੀ ਜੋ ਮਹਾਂਪੁਰਸ਼ਾਂ ਨੇ ਕਿਹਾ ਉਹ ਠੀਕ ਹੀ ਕਿਹਾ ਹੈ। ਹੁਣ ਆਨੰਦ ਕਾਰਜ ਦਾ ਸਮਾਂ ਆਇਆ। ਬੀਬੀ ਪ੍ਰੀਤੋ ਤੋਂ ਜੋ ਛੋਟੀ ਸਰਦਾਰ ਦੀਵਾਨ ਸਿੰਘ ਦੀ ਲੜਕੀ ਸੀ, ਉਸ ਦੀ ਸ਼ਾਦੀ ਕਰ ਦਿੱਤੀ ਗਈ। ਹੁਣ ਸਾਰੀਆਂ ਉਲਝਣਾਂ ਸੁਲਝ ਗਈਆਂ। ਇਸ ਤੋਂ ਉਪਰੰਤ ਦੀਵਾਨ ਸਿੰਘ ਨੂੰ ਸੰਤਾਂ ਨੇ ਆਪਣੇ ਕੋਲ ਸੱਦਿਆ ਤੇ ਹੁਕਮ ਕੀਤਾ ਤੇ ਬੀਬੀ ਪ੍ਰੀਤੋ ਨੂੰ ਸਾਡੇ ਕੋਲ ਲੈ ਕੇ ਆਓ। ਦੀਵਾਨ ਸਿੰਘ ਆਪਣੀ ਬੇਟੀ ਨੂੰ ਨਾਲ ਲੈ ਕੇ ਸੰਤ ਮਹਾਰਾਜ ਦੇ ਚਰਨਾਂ 'ਚ ਪੁੱਜ ਗਿਆ। ਪਿਤਾ ਪੁੱਤਰੀ ਨੇ ਜਿਸ ਵੇਲੇ ਸੰਤਾਂ ਦੇ ਚਰਨਾਂ ਪਰ ਨਮਸਕਾਰ ਕੀਤੀ ਜਾ ਕੇ ਤਾਂ ਮਹਾਂਪੁਰਖਾਂ ਦੇ ਸਨਮੁਖ ਬੈਠ ਗਏ। ਸੰਤਾਂ ਨੇ ਬੀਬੀ ਪ੍ਰੀਤੋ ਦੇ ਪਿਤਾ ਦੇ ਸਾਹਮਣੇ ਬੀਬੀ ਪ੍ਰੀਤੋ ਨੂੰ ਸੰਬੋਧਨ ਕੀਤਾ। ਕਹਿੰਦੇ ਬੀਬਾ ਜੀ, ਜਿਸ ਤਰ੍ਹਾਂ ਤੂੰ ਚੁਬਾਰੇ ਵਿੱਚ ਬੈਠੀ ਸੀ, ਆਪਣੇ ਮਾਤਾ ਪਿਤਾ ਦਾ ਬਚਨ ਭੰਗ ਕਰਕੇ ਸ਼ਾਦੀ ਨੂੰ ਜਵਾਬ ਦਿੱਤਾ, ਇਦਾਂ ਰੱਬ ਦਾ ਰਾਹ ਨਹੀਂ ਕਦੇ ਵੀ ਸਿੱਧ ਹੋ ਸਕਦਾ। ਇਹ ਪਰਮਾਰਥ ਦਾ ਕਾਰਜ ਇਦਾਂ ਸਿੱਧ ਨਹੀਂ ਹੁੰਦਾ। ਉਸ ਬੀਬਾ ਨੇ ਬੇਨਤੀ ਕੀਤੀ, ਮਹਾਂਪੁਰਸ਼ੋ ਪਿਤਾ ਜੀ, ਜਿਸ ਢੰਗ ਦੇ ਨਾਲ ਮੇਰਾ ਪਰਮਾਰਥ ਸਿੱਧ ਹੋ ਜਾਵੇ, ਮੈਨੂੰ ਗਰੀਬਣੀ ਨੂੰ ਉਹ ਢੰਗ ਦੱਸ ਦਿਓ। ਸੰਤਾਂ ਨੇ ਆਖਿਆ, ਬੇਟਾ ਇਹ ਪਰਮਾਰਥ ਦਾ ਕਾਰਜ ਤਾਂ ਅਕਾਲ ਪੁਰਖ ਦੀ ਆਗਿਆ ਮੰਨ ਕੇ ਸਿੱਧ ਹੁੰਦਾ। ਬੀਬੀ ਜੀ ਕਹਿਣ ਲੱਗੇ, ਪਿਤਾ ਜੀ ਮੈਂ ਕੀ ਜਾਣਾ ਵੀ ਅਕਾਲ ਪੁਰਖ ਦੀ ਆਗਿਆ ਕੀ ਹੈ ਮੈਨੂੰ। ਮੈਂ ਤਾਂ ਆਪ ਜੀ ਦੀ ਇੱਕ ਅਣਜਾਣ ਜਿਹੀ ਬੱਚੀ ਹਾਂ, ਜੋ ਆਪ ਜੀ ਹੁਕਮ ਕਰੋਗੇ ਸੋ ਮੈਂ ਕਰੂੰਗੀ। ਪਰ ਮੈਂ ਗਰੀਬ ਦੀ ਕੋਈ ਬੇਨਤੀ ਆਪਣੀ ਬੱਚੀ ਦੀ ਪ੍ਰਵਾਨ ਕਰ ਲਓ ਤੇ ਮੈਨੂੰ ਗ੍ਰਸਥ ਤੋਂ ਬਚਾ ਲਿਓ। ਮੈਂ ਸ਼ਾਦੀ ਨਹੀਂ ਕਰਨੀ, ਲੱਖਾਂ ਲੱਖਾਂ ਵਾਰੀ ਮੇਰੀ ਤੌਬਾ ਹੈ। ਦਾਸ ਜਾਣ ਕੇ, ਬੱਚੀ ਜਾਣ ਕੇ ਮੇਰੀ ਰੱਖਿਆ ਕਰੋ, ਮੇਰੀ ਦੁਹਾਈ ਹੈ। ਸੰਤਾਂ ਦੇ ਚਰਨਾਂ ਤੇ ਢਹਿ ਪਈ ਤੇ ਫੁੱਟ ਫੁੱਟ ਕੇ ਰੋਈ। ਬੀਬੀ ਜੀ ਦੇ ਚਿੱਤ ਦੇ ਵਿੱਚ ਬਹੁਤ ਤੀਬਰ ਬੈਰਾਗ ਸੀ। ਤੀਬਰ ਬੈਰਾਗ ਵਾਲਿਆਂ ਦਾ ਜਿਹੜਾ ਹਿਰਦਾ ਹੁੰਦਾ, ਸ਼ਾਸਤਰਕਾਰਾਂ ਨੇ ਲਿਖਿਆ, ਬ੍ਰਹਮ ਲੋਕ ਲੋ ਭੋਗ ਜੋ ਕਰੈ ਸਭਨ ਕਾ ਤਿਆਗ, ਕਾਗ ਬਿਸ਼ਟ ਸਮ ਜੇ ਗਿਣੈ ਬੀਤਰਾਗ ਤੇ ਲੋਗ। ਕਹਿੰਦੇ ਬੀਤਰਾਗ ਜਿਹੜੇ ਲੋਕ ਹੁੰਦੇ ਆ, ਤੀਬਰ ਬੈਰਾਗ ਵਾਲੇ, ਇਹਨਾਂ ਨੂੰ ਸੰਸਾਰ ਦੇ ਸੁੱਖ ਕਾਂ ਦੀ ਬਿੱਠ ਵਰਗੇ ਲੱਗਦੇ ਆ। ਐਦਾਂ ਦੀ ਬਿਰਤੀ ਹੋ ਜਾਂਦੀ ਇਹਨਾਂ ਦੀ। ਸੰਤ ਮਹਾਰਾਜ ਬੀਬੀ ਦੀ ਬੇਨਤੀ ਸੁਣ ਕੇ ਕਹਿਣ ਲੱਗੇ, ਬੀਬਾ ਐਦਾਂ ਹੱਠ ਨਾ ਕਰ, ਐਦਾਂ ਤੇਰੇ ਕਹਿਣ ਦੇ ਨਾਲ ਤਾਂ ਕੁਛ ਨਹੀਂ ਹੋਣਾ। ਜੇ ਤੇਰਾ ਮਨ ਹੈ ਤਾਂ ਫਿਰ ਅਸੀਂ ਤੈਨੂੰ ਤਰੀਕਾ ਦੱਸ ਦਿੰਨੇ ਆ, ਫਿਰ ਉਸ ਤਰੀਕੇ ਦੇ ਨਾਲ ਭਜਨ ਕਰ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਤੇਰੇ ਦਿਲ ਦੀ ਆਸ਼ਾ ਜਾਣ ਕੇ ਤੇਰੀ ਪਰਾਲਬਧ ਅਨੁਸਾਰ ਤੈਨੂੰ ਹੁਕਮ ਕਰ ਦੇਣਗੇ। ਜਿੱਦਾਂ ਮਹਾਰਾਜ ਹੁਕਮ ਕਰਨਗੇ ਤੂੰ ਫਿਰ ਉਹ ਬਚਨ ਮੰਨੀ।
ਆਪਣਾ ਹੱਠ ਵੀ ਛੱਡ ਦੇਈਂ, ਬਾਕੀ ਸਾਰੀਆਂ ਗੱਲਾਂ ਵੀ ਛੱਡ ਦੇਈਂ। ਜਿੱਦਾਂ ਗੁਰੂ ਮਹਾਰਾਜ ਕਹਿਣਗੇ ਉੱਦਾਂ ਕਰੀ। ਇਹਨੇ ਫਿਰ ਸੰਤਾਂ ਦਾ ਵਚਨ ਮੰਨਿਆ। ਸੰਤਾਂ ਨੇ ਫਿਰ ਇਹਨੂੰ ਸਿਮਰਨ ਦਾ ਤਰੀਕਾ ਦੱਸਿਆ ਵੀ ਸ਼ੁੱਧ ਕੱਪੜੇ, ਸਕੇਸੀ ਇਸ਼ਨਾਨ ਕਰਕੇ ਬੈਠਣਾ, ਧਰੂ ਤਾਰੇ ਵੱਲ ਨੂੰ ਮੁਖ ਕਰਨਾ, ਆਪਣੇ ਕੋਲ ਧੂਪ ਰੱਖਣਾ, ਗਊ ਦੇ ਘਿਓ ਦੀ ਜੋਤ ਜਗਾਉਣੀ, ਕੜਾਹ ਪ੍ਰਸ਼ਾਦ ਕਰਕੇ ਆਪਣੀ ਇੱਛਾ ਦੀ ਅਰਦਾਸ ਕਰਨੀ। ਜਿਸ ਵੇਲੇ ਪਾਠ ਆਰੰਭ ਕਰਨਾ, ਅਰਦਾਸ ਕਰਨੀ ਜੋ ਤੇਰੀ ਇੱਛਾ ਹੈ। ਹੋਰ ਕਿਸੇ ਦੇ ਵੀ ਮੱਥੇ ਨਹੀਂ ਲੱਗਣਾ 40 ਦਿਨ ਵਾਸਤੇ, ਨਾ ਕਿਸੇ ਦਾ ਦਰਸ਼ਨ ਕਰਨਾ, ਨਾ ਕਿਸੇ ਨੂੰ ਦਰਸ਼ਨ ਦੇਣਾ। ਆਪਣੇ ਸਾਹਮਣੇ ਜਲ ਰੱਖਣਾ, ਜਲ ਪਾਣੀ ਜਾਂ ਕੁਛ ਵੀ ਜੋ ਖਾਣਾ ਹੈ ਇੱਕ ਸਮਾਂ ਮੁਕਰਰ ਕਰ ਲੈਣਾ। 8 ਪਹਿਰਾਂ ਬਾਅਦ ਇੱਕ ਵੇਲੇ ਪ੍ਰਸ਼ਾਦਾ ਭੋਜਨ ਜੋ ਵੀ ਛਕਣਾ ਇੱਕ ਵਾਰੀ ਛਕਣਾ। ਜਦੋਂ ਤੇਰੀ ਮਾਤਾ ਜਾਂ ਤੇਰੀਆਂ ਭੈਣਾਂ ਤੈਨੂੰ ਕੁਛ ਖਾਣ ਪੀਣ ਨੂੰ ਵਸਤੂ ਦੇਣ ਆਉਣ ਤਾਂ ਥੋੜ੍ਹਾ ਜਿਹਾ ਦਰਵਾਜ਼ਾ ਖੋਲ੍ਹ ਕੇ ਆਪ ਦਰਵਾਜ਼ੇ ਦੇ ਪਰਦੇ ਦੇ ਓਹਲੇ ਖੜ੍ਹ ਜਾਣਾ। ਜਦੋਂ ਉਹ ਅਗਲਾ ਵਸਤੂ ਰੱਖ ਕੇ ਚਲਿਆ ਜਾਵੇ, ਵਸਤੂ ਚੱਕ ਕੇ ਆਪਣੇ ਚੁਬਾਰੇ 'ਚ ਰੱਖ ਲੈਣੀ, ਫਿਰ ਦਰਵਾਜ਼ਾ ਬੰਦ ਕਰ ਲੈਣਾ। ਜਦੋਂ ਛਕਣ ਦੀ ਇੱਛਾ ਹੋਵੇ ਤਾਂ ਬਹੁਤ ਥੋੜ੍ਹਾ ਛਕਣਾ, ਜਿਹਦੇ ਕਰਕੇ ਆਲਸ ਨਾ ਪਵੇ ਤੇ ਬੈਠਣਾ ਸੌਖਾ ਰਹੇ। ਤੋ ਇਸ ਪ੍ਰਕਾਰ ਜਦੋਂ ਵੀ ਜੰਗਲ ਮੈਦਾਨ ਜਾਣਾ, ਫਿਰ ਆ ਕੇ ਕੇਸੀ ਇਸ਼ਨਾਨ ਕਰਕੇ ਆਪਣੇ ਨਿਯਮ ਤੇ ਬੈਠਣਾ। ਐਤਵਾਰ ਨੂੰ ਜਾਪ ਆਰੰਭ ਕਰਨਾ। ਇਸ ਤਰ੍ਹਾਂ ਸਾਰੀ ਵਿਧੀ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਨੇ ਇਸ ਨੂੰ ਸਮਝਾ ਦਿੱਤੀ। ਇਹ ਸਿੱਖਿਆ ਲੈ ਕੇ ਬੀਬੀ ਤੇ ਸਰਦਾਰ ਦੀਵਾਨ ਸਿੰਘ ਆਪਣੇ ਘਰ ਚਲੇ ਗਏ। ਦੂਸਰੇ ਦਿਨ ਹੀ ਐਤਵਾਰ ਸੀ। ਅੱਜ ਇਹਨੇ ਸਾਰੀ ਸਮੱਗਰੀ ਤਿਆਰ ਕੀਤੀ, ਪ੍ਰਸ਼ਾਦ ਪਾਣੀ ਛਕ ਕੇ ਸਾਰੇ ਵਿਰਾਜਮਾਨ ਹੋ ਗਏ। ਐਤਵਾਰ ਦਾ ਦਿਨ ਚੜ੍ਹਿਆ। ਕੜਾਹ ਪ੍ਰਸ਼ਾਦ ਮਰਜ਼ਾਦਾ ਅਨੁਸਾਰ ਬਣਾਇਆ। ਲੋੜੀਂਦੀ ਸਮੱਗਰੀ ਇਸ ਬੀਬੀ ਨੇ ਚੁਬਾਰੇ 'ਚ ਰੱਖ ਲਈ। ਸਮੇਂ ਅਨੁਸਾਰ ਉਸ ਵੇਲੇ ਪਾਣੀ ਦਾ ਘੜਾ ਉਹ ਵੀ ਕੋਲ ਅੰਦਰ ਰੱਖ ਲਿਆ। ਅਰਦਾਸਾ ਸੋਧਿਆ, ਪ੍ਰਸ਼ਾਦ ਵਰਤਾ ਕੇ ਬੀਬੀ ਜੀ ਚੁਬਾਰੇ ਵਿੱਚ ਆਪਣਾ ਪਾਠ ਸਿਮਰਨ ਸ਼ੁਰੂ ਕਰਕੇ ਬੈਠ ਗਏ ਤੇ ਗੁਰੂ ਨਾਨਕ ਸਾਹਿਬ ਦੇ ਅੱਗੇ ਬੇਨਤੀਆਂ ਕਰਨ ਲੱਗੇ। 8 ਪਹਿਰਾਂ ਵਿੱਚ ਇੱਕ ਵਾਰੀ ਬੀਬੀ ਜੀ ਪ੍ਰਸ਼ਾਦਾ ਛਕਦੇ ਔਰ ਚਿੱਤ ਦੇ ਵਿੱਚ ਇੱਕੋ ਹੀ ਗੱਲ ਵੀ ਮਹਾਰਾਜ ਕਿਸੇ ਤਰ੍ਹਾਂ ਮੈਨੂੰ ਇਸ ਸੰਸਾਰ ਦੇ ਝਮੇਲੇ ਤੋਂ ਬਚਾ ਲਿਓ। 8 ਪਹਿਰਾਂ ਵਿੱਚ ਇੱਕ ਵਾਰੀ ਪ੍ਰਸ਼ਾਦਾ ਜਿਸ ਵੇਲੇ ਇਹਨਾਂ ਦੀ ਭੈਣ ਦੇਣ ਜਾਂਦੀ, ਉਹਨੂੰ ਚਿੱਤ ਵਿੱਚ ਬੜਾ ਦੁੱਖ ਹੁੰਦਾ। ਇਸ ਦੁੱਖ ਦਾ ਪ੍ਰਗਟਾਵਾ ਉਹਦੇ ਮੂੰਹੋਂ ਬੀਬੀ ਅਮਰ ਕੌਰ ਤੇ ਬੀਬੀ ਬੰਤੀ ਨੂੰ ਬਹੁਤ ਤਰ੍ਹਾਂ ਦੇ ਬੁਰੇ ਭਲੇ ਲਫ਼ਜ਼ ਇਸ ਬੀਬਾ ਜੀ ਦੀ ਭੈਣ ਬੋਲਿਆ ਕਰਦੀ ਵੀ ਉਹਨਾਂ ਕਰਕੇ ਸੰਤਾਂ ਕੋਲ ਗਈ, ਨਾ ਉਹਨਾਂ ਕਰਕੇ ਸੰਤਾਂ ਕੋਲ ਜਾਂਦੀ ਤੇ ਨਾ ਇੱਦਾਂ ਦੇ ਪਾਸੇ ਲੱਗਦੀ। ਇਹ ਜਿਹੜਾ ਸੰਸਾਰ ਦਾ ਖੇਡ ਹੈ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਇਹ ਦੋਨਾਂ ਦਾ ਜੋੜ ਨਹੀਂ ਆ ਸਕਦਾ ਕਦੇ ਵੀ। ਸੰਸਾਰੀ ਬੰਦਾ ਸੰਸਾਰ ਦੀ ਗੱਲ ਕਰੂਗਾ ਤੇ ਰੱਬ ਵਾਲੇ ਪਾਸੇ ਚੱਲਣ ਵਾਲਾ ਰੱਬ ਦੀ ਗੱਲ ਕਰੂਗਾ। ਤੋ ਹੁਣ ਉਹਨਾਂ ਵਾਸਤੇ ਤਾਂ ਇਹ ਫਾਲਤੂ ਕੰਮ ਨੇ, ਐਵੇਂ ਵਾਧੂ ਕੰਮ ਨੇ ਜਿਨ੍ਹਾਂ ਦੀ ਲੋੜ ਨਹੀਂ ਹੈ। ਪਰ ਜਿਹੜੇ ਪਰਮਾਰਥ ਦੇ ਰਸਤੇ ਚੱਲਣ ਵਾਲੇ ਨੇ ਉਹ ਕਹਿੰਦੇ ਨੇ ਕੰਮ ਹੀ ਅਸਲ ਇਹ ਹੈ। ਜਿਵੇਂ ਮਹਾਰਾਜ ਬਾਣੀ 'ਚ ਰੋਜ਼ ਆਪਾਂ ਨੂੰ ਸਮਝਾਉਂਦੇ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਵੀ ਹੋਰ ਤੇਰਾ ਕੰਮ ਜਿੰਨਾ ਮਰਜ਼ੀ ਰੋਈ ਜਾ, ਪਿੱਟੀ ਜਾ, ਦਿਨ ਰਾਤ ਜੋ ਮਰਜ਼ੀ ਕਰੀ ਜਾ। ਜਿੱਦਣ ਆਇਆ ਸੀ ਸੰਸਾਰ ਤੇ ਉਦਣ ਵੀ ਖਾਲੀ ਹੱਥੀਂ ਆਇਆ ਸੀ ਤੇ ਜਿੱਦਣ ਜਾਏਗਾ ਉਦਣ ਵੀ ਖਾਲੀ ਹੱਥੀਂ ਜਾਏਗਾ। ਨਾ ਕੁਛ ਲੈ ਕੇ ਆਇਆ ਸੀ, ਨਾ ਜਾਣ ਲੱਗਾ ਕੁਛ ਲੈ ਕੇ ਜਾਏਗਾ। ਪਰ ਜੇ ਭਜਨ ਕੀਤਾ ਹੋਇਆ, ਸਿਮਰਨ ਕੀਤਾ ਹੋਇਆ ਤਾਂ ਉਹ ਜ਼ਰੂਰ ਤੇਰੇ ਨਾਲ ਜਾਏਗਾ। ਹੁਣ ਇਹ ਬੀਬੀ ਇਹਦੀ ਜਿਹੜੀ ਭੈਣ ਪ੍ਰੀਤੋ ਦੀ, ਇਹਦੇ ਬਹੁਤ ਮਨ ਦੇ ਵਿੱਚ ਤਰਾ ਚੜਾ ਆਉਂਦੇ, ਬਹੁਤ ਮਾੜਾ ਚੰਗਾ ਬੀਬੀ ਅਮਰ ਕੌਰ ਤੇ ਬੀਬੀ ਬੰਤੀ ਨੂੰ ਬੋਲਦੀ ਵੀ ਇਹਨਾਂ ਦੀ ਸੰਗਤ ਕਰਕੇ ਸਾਡੀ ਕੁੜੀ ਜਿਹੜੀ ਆ ਪ੍ਰੀਤੋ ਵਿਗੜੀ ਹੈ। ਹੁਣ ਇਹਨੇ ਪ੍ਰਸ਼ਾਦਾ ਪਾਣੀ ਰੱਖ ਦੇਣਾ, ਪਰ ਬੀਬੀ ਜੀ ਦਾ ਐਸਾ ਨਿਯਮ ਬਣਿਆ ਵੀ ਉਹਨੇ ਪ੍ਰਸ਼ਾਦਾ ਪਾਣੀ ਬਹੁਤ ਥੋੜ੍ਹਾ ਛਕਣਾ, ਅਲਮਾਰੀ 'ਚ ਰੱਖ ਲੈਣਾ। ਗੱਲ ਕੀ, ਇਸੇ ਤਰ੍ਹਾਂ 1.25 ਮਹੀਨਾ ਸਿਮਰਨ ਕੀਤਾ, ਬਹੁਤ ਥੋੜ੍ਹਾ ਛਕ ਕੇ। ਖਾਣ ਪੀਣ ਦੀ ਜਦੋਂ ਇੱਛਾ ਹੋਣੀ ਤਾਂ ਥੋੜ੍ਹਾ ਜਿਹਾ ਛਕਣਾ, ਉੱਦਾਂ ਛਕਣਾ ਹੀ ਨਹੀਂ। ਤਾਂ ਹੁਣ ਜਦੋਂ 1.25 ਮਹੀਨਾ ਹੋਣ ਵਾਲਾ ਸੀ ਤਕਰੀਬਨ, ਵਾਹਿਗੁਰੂ ਜੀ ਦੇ ਦਰ ਤੇ ਬੀਬੀ ਜੀ ਦੀ ਪੁਕਾਰ ਸੁਣੀ ਗਈ। ਅੱਜ ਅੰਮ੍ਰਿਤ ਵੇਲੇ ਤਕਰੀਬਨ 4 ਵਜੇ ਇੱਕ ਦਿਵ ਸਰੂਪ, 52 ਰੂਪ, ਛੋਟੇ ਜਿਹੇ ਬੱਚੇ ਦਾ ਰੂਪ ਧਾਰ ਕੇ
ਪਰਮੇਸ਼ਰ ਜੀ ਸਾਹਮਣੇ ਆ ਕੇ ਬੈਠ ਗਏ, ਜਿਹਦੇ ਚਰਨਾਂ ਉੱਪਰ ਮਸਤਕ ਉੱਪਰ ਮਹਾਨ ਜੋਤਾਂ ਜਗਦੀਆਂ ਸੀ। ਗੱਲ ਕੀ ਵੀ ਸਾਰਾ ਸਰੀਰ ਹੀ ਪ੍ਰਕਾਸ਼ ਸਰੂਪ ਸੀ। ਇਸ ਤਰ੍ਹਾਂ ਲੱਗਦਾ ਸੀ ਵੀ ਚੁਬਾਰੇ ਦੇ ਵਿੱਚ ਕਰੋੜਾਂ ਹੀ ਸੂਰਜ ਚੰਦਰਮਾ ਪ੍ਰਕਾਸ਼ਮਾਨ ਹੋ ਗਏ ਆ। ਇੰਨਾ ਪ੍ਰਕਾਸ਼, ਕਈ ਪ੍ਰਕਾਰ ਦੀਆਂ ਲਾਈਟਾਂ ਵਿੱਚੋਂ ਸਰੀਰ ਦੀਆਂ ਨਿਕਲ ਰਹੀਆਂ ਸਨ। ਐਸਾ ਸਰੂਪ ਬੀਬੀ ਜੀ ਨੂੰ ਦਰਸ਼ਨ ਹੋਏ। ਸੋ ਬੀਬੀ ਜੀ ਨੂੰ ਉਠਾ ਲਿਆ ਪਰਮੇਸ਼ਰ ਜੀ ਨੇ ਔਰ ਦਰਸ਼ਨ ਦਿੱਤੇ, ਬਚਨ ਕੀਤਾ ਬਈ ਹੁਣ ਤੂੰ ਸਿਮਰਨ ਬੰਦਗੀ ਹੀ ਕਰੀ, ਹੁਣ ਤੈਨੂੰ ਹੋਰ ਕਿਸੇ ਪਾਸੇ ਜਾਣ ਦੀ ਲੋੜ ਨਹੀਂ। ਤੋ ਉਸ ਵੇਲੇ ਫਿਰ ਬੀਬੀ ਕਹਿਣ ਲੱਗੇ ਕਿ ਮਹਾਰਾਜ ਮੈਂ ਪੂਰੀ ਤਰ੍ਹਾਂ ਗੱਲ ਸਮਝੀ ਨਹੀਂ। ਆਖਿਆ ਕੋਈ ਨਹੀਂ, ਜਿੰਨੀ ਗੱਲ ਸਮਝ ਲੱਗੀ ਉਨੀ ਠੀਕ, ਜਿੰਨੀ ਨਹੀਂ ਸਮਝ ਲੱਗੀ ਉਹ ਬਾਕੀ ਗੱਲ ਹੁਣ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਤੈਨੂੰ ਸਮਝਾਉਣਗੇ। ਇੰਨਾ ਬਚਨ ਕਰਕੇ ਥੋੜੇ ਸਮੇਂ ਬਾਅਦ ਉਹ ਜੋ ਦਿਵ ਸਰੂਪ ਪਰਮੇਸ਼ਰ ਬਾਲਕ ਰੂਪ ਦੇ ਵਿੱਚ ਪ੍ਰਗਟ ਹੋਏ ਸੀ ਉਹ ਅਲੋਪ ਹੋ ਗਏ। ਤਾਂ ਹੁਣ ਫਿਰ ਸੰਤ ਮਹਾਰਾਜ ਦੇ ਕੋਲ ਆ ਕੇ ਨਮਸਕਾਰ ਕਰਕੇ ਦਰਸ਼ਨ ਦਿਦਾਰੇ ਕਰਕੇ ਜੋ ਖੇਡ ਵਾਪਰੀ ਸੀ ਉਹਦੇ ਬਾਰੇ ਦੱਸਿਆ ਵੀ ਮਹਾਰਾਜ ਆਹ ਗੱਲ ਹੋਈ ਆ। ਤਾਂ ਸੰਤ ਮਹਾਰਾਜ ਲੱਖਾਂ ਵਾਰੀ ਸ਼ੁਕਰ ਕਰਦੇ ਆ, ਕਹਿੰਦੇ ਬੀਬਾ ਤੇਰੀ ਅਰਦਾਸ ਮਹਾਰਾਜ ਦੇ ਦਰ ਤੇ ਪ੍ਰਵਾਨ ਹੋ ਗਈ। ਭਾਈ ਦੀਵਾਨ ਸਿੰਘ ਜੀ ਹੁਣ ਤੁਸੀਂ ਇਹਦੀ ਸ਼ਾਦੀ ਨਹੀਂ ਕਰਨੀ ਤੇ ਹੁਣ ਇਹਨੂੰ ਭਜਨ ਕਰਨ ਦਿਓ। ਹੁਣ ਪਰਮੇਸ਼ਰ ਦੇ ਵੱਲੋਂ ਹੁਕਮ ਲੱਗ ਗਿਆ, ਆਗਿਆ ਹੋ ਗਈ। ਹੁਣ ਇਹਨੂੰ ਗ੍ਰਸਤੀ ਧਰਮ ਦੇ ਵਿੱਚ ਜਾਣ ਦੀ ਕੋਈ ਲੋੜ ਨਹੀਂ ਹੈ। ਹੁਣ ਇਹਦਾ ਉਧਰਲਾ ਲੇਖ ਪਰਮੇਸ਼ਰ ਨੇ ਕੱਟ ਦਿੱਤਾ ਤੇ ਹੁਣ ਇਹਨੂੰ ਜਿੰਨਾ ਸਮਾਂ ਇਹਦੀ ਜ਼ਿੰਦਗੀ ਦਾ ਹੈ ਇਹਨੂੰ ਭਗਤੀ ਕਰਨ ਦਿਓ। ਇਸ ਤਰ੍ਹਾਂ ਨਾਲ ਮਹਾਂਪੁਰਸ਼ਾਂ ਦਾ ਇਸ ਬੀਬੀ ਨੂੰ ਸੰਗ ਹੋਇਆ ਤੇ ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚੋਂ ਨਾਮ ਦਾ ਰੰਗ ਲੱਗਿਆ। ਹੋਰ ਵੀ ਅਨੇਕਾਂ ਹੀ ਐਸੇ ਜਗਿਆਸੂ ਜਨ, ਇੱਕ ਮਾਤਾ ਜੋ ਕਿ ਜਿਸ ਦਾ ਨਾਮ ਜਵਾਲੀ ਸੀ, ਹਰ ਰੋਜ਼ ਸੰਤਾਂ ਦੇ ਦਰਸ਼ਨ ਕਰਨ, ਜੇ ਰੋਜ਼ ਨਹੀਂ ਤਾਂ ਇੱਕ ਦਿਨ ਛੱਡ ਕੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਆਇਆ ਕਰਦੀ। ਬੜਾ ਸੁੰਦਰ ਸਰੂਪ ਵਾਹਿਗੁਰੂ ਦਾ ਬਖਸ਼ਿਆ ਹੋਇਆ ਸੀ। ਇਹਦੇ ਪਤੀ ਭਾਈ ਭੋਲਾ ਸਿੰਘ ਜੀ ਦਾ ਨਾਮ ਸੀ। ਇਹਨੇ ਸੰਤਾਂ ਦੀ ਸੁੰਦਰਤਾ ਬਾਰੇ ਲੋਕਾਂ ਕੋਲੋਂ, ਸੰਗਤਾਂ ਕੋਲੋਂ ਸੁਣਿਆ ਸੀ। ਤਾਂ ਹੁਣ ਇਹਨੂੰ ਭਰਮ ਪੈ ਗਿਆ ਭਈ ਮੇਰੀ ਇਸਤਰੀ ਵੀ ਬੜੀ ਸੁੰਦਰ ਹੈ ਤੇ ਸ਼ਾਇਦ ਕਿਤੇ ਸੰਤਾਂ ਦਾ ਰੂਪ ਦੇਖ ਕੇ ਇਹਦਾ ਮਨ ਲੁਭਾਏਮਾਨ ਤਾਂ ਨਹੀਂ ਹੋ ਗਿਆ ਵੀ ਜਿਸ ਕਰਕੇ ਰੋਜ਼ ਹੀ ਸੰਤਾਂ ਦੇ ਤੁਰੀ ਰਹਿੰਦੀ ਆ। ਪਰ ਮਾਈ ਜਵਾਲੀ ਸੀ ਜੋ ਉਹ ਆਪਣੇ ਪਤੀ ਭੋਲਾ ਸਿੰਘ ਨੂੰ ਪ੍ਰੇਰਨਾ ਦਿੰਦੀ ਰਹਿੰਦੀ ਕਿ ਪਤੀ ਦੇਵ ਇੱਕ ਵਾਰੀ ਚੱਲ ਕੇ ਮੇਰੇ ਨਾਲ ਸੰਤਾਂ ਦਾ ਦਰਸ਼ਨ ਤਾਂ ਕਰੋ। ਕਾਫੀ ਸਮੇਂ ਤੱਕ ਉਹ ਆਪਣੇ ਪਤੀ ਨੂੰ ਇਦਾਂ ਕਰਕੇ ਮਨਾਉਂਦੀ ਰਹੀ ਵੀ ਸੰਤਾਂ ਦੇ ਕੋਲ ਚਲੋ ਤਾਂ ਸਹੀ ਤੁਸੀਂ। ਤੋ ਇੱਕ ਵਾਰੀ ਉਹ ਕਹਿਣ ਲੱਗਾ ਵੀ ਜਾਵਾਂਗਾ ਜ਼ਰੂਰ, ਪਰ ਇਕੱਲਾ ਜਾਵਾਂਗਾ। ਇੱਕ ਗੱਲ ਪੱਕੀ ਕਰਕੇ ਇੱਕ ਦਿਨ ਰਾਤ ਨੂੰ ਸੁੱਤਾ ਵੀ ਅੱਜ ਤੜਕੇ ਜਾਵਾਂਗਾ। ਸਵੇਰੇ ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਪਾਨ ਸੋਧ ਕੇ ਤੇ ਇਹ ਡੇਰੇ ਨੂੰ ਤੁਰ ਪਿਆ ਔਰ ਮਿਸ਼ਰੀ ਦਾ ਪ੍ਰਸ਼ਾਦ ਲੈ ਲਿਆ ਕੋਲ। ਮਨ ਵਿੱਚ ਫੁਰਨਾ ਧਾਰ ਲਿਆ ਭਈ ਜੇਕਰ ਮੈਨੂੰ ਜਾਂਦੇ ਨੂੰ ਸੰਤਾਂ ਦਾ ਦਰਸ਼ਨ ਹੋ ਜਵੇ ਤੇ ਦੂਜੀ ਗੱਲ ਵੀ ਸੰਤ ਮੈਨੂੰ ਨਾਂ ਲੈ ਕੇ ਬੁਲਾਉਣ। ਜੇ ਤਾਂ ਇਹ ਦੋ ਗੱਲਾਂ ਪੂਰੀਆਂ ਹੋ ਗਈਆਂ ਫੇਰ ਤਾਂ ਸਮਝੂੰਗਾ ਸੰਤ ਪੂਰੇ ਆ, ਤੇ ਜੇ ਦੋ ਗੱਲਾਂ ਨਾ ਪੂਰੀਆਂ ਹੋਈਆਂ, ਸੰਤਾਂ ਦਾ ਦਰਸ਼ਨ ਨਾ ਹੋਇਆ, ਸੰਤਾਂ ਨੇ ਮੈਨੂੰ ਨਾਂ ਲੈ ਕੇ ਨਾ ਬੁਲਾਇਆ, ਤਾਂ ਫਿਰ ਮੈਂ ਸਮਝੂੰਗਾ ਵੀ ਸੰਤ ਵਿੱਚ ਕੋਈ ਤਾਕਤ ਨਹੀਂ ਹੈ। ਤਾਂ ਹੁਣ ਜਿਸ ਵੇਲੇ ਇਹ ਡੇਰੇ ਪਹੁੰਚਿਆ ਤਾਂ ਅੱਜ ਸੰਤ ਮਹਾਰਾਜ ਆਪਣੀ ਸਮਾਧੀ ਚੋਂ ਅੱਧਾ ਘੰਟਾ ਪਹਿਲਾਂ ਹੀ ਕੁਟੀਆ ਚੋਂ ਬਾਹਰ ਆ ਕੇ ਖੜ ਗਏ। ਅੱਧਾ ਘੰਟਾ ਪਹਿਲਾਂ ਆਉਂਦਿਆਂ ਜਿਸ ਵੇਲੇ ਹੁਣ ਇਹਨੂੰ ਮਹਾਰਾਜ ਜੀ ਦੇ ਦਰਸ਼ਨ ਹੋਏ, ਜਾ ਕੇ ਇਹਨੇ ਮੱਥਾ ਟੇਕਿਆ ਤਾਂ ਸੰਤ ਕਹਿੰਦੇ ਆ ਬਈ ਭੋਲਾ ਸਿੰਘ ਕਿੱਦਾਂ ਰਾਜੀ ਖੁਸ਼ੀ ਆ। ਤਾਂ ਅੱਜ ਭਾਈ ਸਾਹਿਬ ਭੋਲਾ ਸਿੰਘ ਨੇ ਜਿਸ ਵੇਲੇ ਮਹਾਂਪੁਰਸ਼ਾਂ ਦੇ ਮੁਖ ਤੋਂ ਆਪਣਾ ਨਾਂ ਸੁਣਿਆ ਤੇ ਸਾਹਮਣੇ ਅੱਜ ਦਰਸ਼ਨ ਜਦ ਹੋਏ, ਦੋਏ ਬਚਨ ਪੂਰੇ ਹੋ ਗਏ। ਚਰਨਾਂ ਤੇ ਡਿੱਗ ਪਿਆ, ਬੇਨਤੀਆਂ ਕਰਨ ਲੱਗਾ। ਕਹਿੰਦਾ ਮਹਾਰਾਜ ਮੈਂ ਤਾਂ ਬਹੁਤ ਸੰਸੇ ਵਿੱਚ ਪਿਆ ਹੋਇਆ ਸੀ, ਬਹੁਤ ਸ਼ੰਕੇ ਕੀਤੇ ਹੋਏ ਸੀ ਤੁਹਾਡੇ ਤੇ। ਮਹਾਰਾਜ ਤੁਸੀਂ ਤਾਂ ਅੰਤਰਜਾਮੀ ਆ, ਮੈਂ ਗਲਤੀ ਕਰ ਬੈਠਾ। ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਗੁਰਮੁਖਾ ਕੋਈ ਨਹੀਂ, ਸੰਸਾ ਨਾ ਕਰ, ਕੋਈ ਵੀ ਸੌਦਾ ਪਰਖੇ ਬਿਨਾ ਕਰਨਾ ਨਹੀਂ ਚਾਹੀਦਾ।
जे परख लईए फिर कोई भी सौदा करना चाहिदा, जे किसी दे बनना होवे तां पहलां परख लेना चाहिदा। सो हुण ये भोला सिंह भी श्रद्धालु बन गया ते दोनों ही पति पत्नी महापुरुषां दे दर्शन करन आया करदे, सेवा करया करदे। तो एक समा ऐसा होया भोला सिंह दे कर्मां दा कोई ऐसा चक्कर बनिया भी शरीर नूं कोई बीमारी चिंबड़ गई, बड़े इलाज कराए, चंगे चंगे डॉक्टरां नूं दिखा लिया, पर आराम नहीं आया, बीमारी वधदी गई। सारे परिवार नूं भाई भोला सिंह दे जीवन दी कोई आस ना रही बई हुण इहने बचना नहीं है। सारे निराशे हो के संतां दे कोल आ गए ते इह जिहड़ी बीबी जवाली सी इहने आके बेनतियां कीतियां, महाराज जिस तरह किसी बंदे नूं जेल हो जावे तां ओह बादशाह दे कोल अपील करदा जाके भी हे पातशाह सलामत, ਇਹਦੇ ਬੱਚੇ ਛੋਟੇ ਛੋਟੇ ਆ, ਇਹਦੀ ਇਸਤਰੀ ਅਬਲਾ ਆ ਤੇ ਮਹਾਰਾਜ ਕਿਰਪਾ ਕਰੋ ਇਹਨੂੰ ਬਖਸ਼ ਲਓ। ਤਾਂ ਇਸੇ ਤਰ੍ਹਾਂ ਆਖਿਆ ਵੀ ਮੈਂ ਆਪਣੇ ਪਤੀ ਵਾਸਤੇ ਤੁਹਾਡੇ ਅੱਗੇ ਬੇਨਤੀਆਂ ਕਰਨ ਆਈ ਹਾਂ ਵੀ ਮਹਾਰਾਜ ਕਿਰਪਾ ਕਰੋ ਤੇ ਮੈਂ ਇਕੱਲੀ ਬੱਚਿਆਂ ਨੂੰ ਕਿਵੇਂ ਪਾਲੂੰਗੀ। ਮਹਾਂਪੁਰਸ਼ ਬੜੇ ਪ੍ਰੇਮ ਨਾਲ, ਠਰਮੇ ਦੇ ਨਾਲ ਇਹਨਾਂ ਦੀਆਂ ਬੇਨਤੀਆਂ ਸੁਣੀ ਗਏ। महापुरख बोले भाई ये जो तेरा पति है ਇਹਦੀ उम्र मुक चुकी है, उम्र खत्म हो गई है ते बई ये हुण गाहां नूं जाण दी ਇਹਦੀ ਤਿਆਰੀ है। ये सुन के सारे रोण लग पए, बहुत विराग कीता। महापुरुष कहंदे भाई बरलाप ना करो, तुसी सेवा बड़ी कीती आ ते हुण बीबी जवालीए तैनूं एक असीं जुगती दस दिन्ने आ, जे तूं कर सकदी आ तां कर लै। सवेरे केसी इशनान करके भाई भोला सिंह दे कोल चौंकड़ा मार के बह जी, धूफ धका के 5 जपजी साहब दे पाठ करने ते 5 माला मूल मंत्र दियां करनियां, जोत जगा लैनी कोल, जल रख लेना कोल। दिन चढ़दे तक भाई भोला सिंह नूं बुलाउणा नहीं किसी ने, और अरदास करनी भी मेरी अद्धी उम्र जिहड़ी आ वो मेरे पति नूं दे दिओ। अरदास करनी है, जाओ गुरु नानक साहब तुहाडा भला करनगे। ये हुण वापस अपने पिंड कंदोले आ गए, संत महाराज दे बचन सारिआं नूं दस्से। दूसरा दिन आया, हुण कल्ली जवाली ने नहीं सारे परिवार ने केसी इशनान कीता, नवे वस्त्र पाए ते सारा परिवार ही भाई भोला सिंह दे दुआले बैठ गया। सारे लगे बाणी पढ़न, कोई माला लैके मूल मंत्र करे, कोई जपजी साहब करे। माई जवाली सी जो संतां दे बचनां अनुसार आसन विछा के गऊ दे घ्यो दी जोत ला के और धूफ ला के पानी कोल रख के एक मन हो के जपजी साहब दा पाठ करन लगी। हुण घर दा एक बंदा भाई भोला सिंह दे मूँह विच पानी पाई जावे, पानी पा रहा सी ते भी एक समा ऐसा आया अमृत वेले जिस वेले 2 वजे तां भाई भोला सिंह दे अंदर पानी जाना भी बंद हो गया, अखां अड्डियां रह गईयां। हुण भाई साहब दे मुख ते वस्त्र पा दिता, भी हो गया सवास रुक गए, भी इदां लग्या भी हुण ये चढ़ाई कर गया। संतां दे बचनां दे बधे होए सिदक दी बात है, कोई रोया नहीं भी ठीक आ ये चढ़ाई कर गया। हुण इस वेले बाणी पढ़दे रहे, जो बचन सी महापुरखां दा भी 5 जपजी साहब करने ते 5 माला मूल मंत्र दियां करके अपनी अद्धी उम्र दी अरदास करनी है। संतां दे बचनां दे बझे होए सिदक दे नाल माई जवाली जी दा पति उस वेले कोल मरिया पिया है, 5 जपजी साहब भी पूरे कीते, 5 माला मूल मंत्र दियां भी पूरीआं कीतियां। इत्थे हुण सिदक दी परख है, किड्डी वड्डी सिदक दी परख बई महापुरखां ते यकीन है तां किन्ना क है, भरोसा है तां किन्ना क है। संतां नूं रब कहने हो, रब मनदे भी हो, किस तरीके दे नाल मनदे हो, हुण इत्थे परख है। तां हुण किड्डा वड्डा उहदा सिदक सी माई दा, ओहने जो महापुरुषां ने नितनेम दस्सिया सी पूरा कीता और मन दे नाल जुड़ के अरदास कीती, सच्चे पातशाह हे टुटियां गंढण वालिया मेरी अरदास सुनो,
मेरी उम्र का अद्धा हिस्सा मेरे पति नूं बख्श दिओ ते इहनूं जिउंदा कर दिओ। जदों इस तरह निमरता दे नाल अरदास कीती तां महापुरख विचाले विचोले बन गए, क्यों महापुरखां दे दस्से जुगती अनुसार बचन अनुसार ही सारा कुछ होया। महापुरख संत बाबा ज्वाला सिंह जी हुण विच विचोले बन गए। अरदास सुनी गई तां उसे समय भाई भोला सिंह दे सवास चल पे। हुण भाई जो भोला सिंह दे मुख तो कपड़ा चक्या, अखां भी टहकदियां हन। पाठ वाला जिहड़ा जल रखिया होया सी कोल वो भी आस्ते आस्ते मुख विच पाया। तो इस तरह पानी अगे हुण रुकिया नहीं, पानी भी लंघ गया। तो सहजे सहजे फिर भाई भोला सिंह राजी हो गया। सो ये विश्वास नूं भरोसे नूं फल लगदा है। पर साध संगत जी कोई विच महापुरख पूरन होवे तां, महापुरख कोई होवे पूरन तां उन्हां दी दरगाह विच मन्नी जांदी है। सो ऐसे सतपुरुष संत महाराज बाबा ज्वाला सिंह जिन्हां दी शोभा वडियाई आपां सुणदे आ रहे हां। आउण वाले दिनां विच भी जिन्ना सच्चे पातशाह बख्शिश किरपा करके आपां तो ये सत्संग करवाउणगे, आपां सारे रल मिल के जुड़ांगे जी। हजूर महाराज इसे तरह आपां नूं सारिआं नूं चरनी ला के रखण, होइआं बेअंत भुल्लां दी मुआफ़ी बख्श देणी जी। गुरु साहिब दे चरनां च अरदास करनी जी। सानू सारिआं नूं महाराज अपने चरनी ला के रखण। सिੱਖੀ सिदक भरोसा महाराज बख्शिश करन। सरबत संगतां नूं दरों घरों महाराज चढ़दी कला बख्शिश करन। आओ थोड़ा जिहा समां हुण 2-4 मिनट सिमरन करिए ते फिर समाप्ति करिए जी। वाहे गुरु 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 बिहागड़ा महला पंजवां छंत सुनो बेनंतियां स्वामी मेरे राम कोट अपराध परे पी तेरे चेरे राम दुख हरन कृपा करन मोहन
ਕਲ ਕਲੇਸ਼ ਹੈ ਪੰਜਨਾ, ਸਰਣ ਤੇਰੀ ਰਖ ਲਿਹੋ ਮੇਰੀ, ਸਰਬ ਮੈਂ ਨਿਰੰਜਨਾ। ਸੁਨਤ ਪੇਖਤ ਸੰਗ ਸਭ ਕੈ, ਪ੍ਰਭ ਨੇਰ ਹੂੰ ਤੇ ਨੇਰੇ। ਅਰਦਾਸ ਨਾਨਕ ਸੁਣ ਸੁਆਮੀ, ਰਖ ਲਿਹੋ ਘਰ ਕੇ ਚੇਰੇ। ਅਰਦਾਸ ਨਾਨਕ ਸੁਣ ਸੁਆਮੀ, ਰਖ ਲਿਹੋ ਘਰ ਕੇ ਚੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।